ਸਾਨੂੰ ਰੱਬ ਨੇ ਬੁੱਧੀ ਦਿੱਤੀ, ਸਾਨੂੰ ਦਿਮਾਗ ਦਿੱਤਾ, ਬੇਵਕੂਫ ਥੋੜ੍ਹਾ ਅਸੀਂ ਵੈਸੇ ਅੱਖਾਂ ਦੇ ਉੱਤੇ ਪੱਟੀਆਂ ਬੰਨ੍ਹ ਕੇ ਤੇ ਜਿੰਦਾਬਾਦ ਜਿੰਦਾਬਾਦ ਕਰੀ ਚੱਲੇ। ਸਾਡੇ ਦੇ ਵਿੱਚ ਫਰਟੀਲਾਈਜ਼ਰਸ ਕਿੱਥੋਂ ਆਏ? ਕਿਸਾਨਾਂ ਨੇ ਇੰਪੋਰਟ ਨਹੀਂ ਕੀਤੀ। ਇਹ ਸਾਡੀਆਂ ਸਰਕਾਰਾਂ ਨੇ ਸਾਡੇ ਕਿਸਾਨਾਂ ਨੂੰ ਵਰਤਣਾ ਸਿਖਾਇਆ। ਉਹਨਾਂ ਨੂੰ ਜੇ ਵਰਤਣਾ ਸਿਖਾਇਆ ਕਿੰਨੀ ਮਾਤਰਾ ਇਹ ਕਿਹਨੇ ਦੱਸਣਾ? ਕਹਿ ਲਓ ਕਿ ਜੇ ਉਹਦੇ ਲਈ ਅੰਦੋਲਨ ਦੀ ਕਿਸੇ ਨੇ ਆਵਾਜ਼ ਚੱਕਣ ਦੀ ਕੋਸ਼ਿਸ਼ ਕੀਤੀ ਗਈ ਤੇ ਉਹਨੂੰ ਫੋਰਸਫੁਲੀ ਇੰਦਰਾ ਗਾਂਧੀ ਨੇ ਉਸ ਟਾਈਮ ਕੰਟਰੋਲ ਕੀਤਾ ਤੇ ਉਹਦੇ ਨਾਲ ਦੇਖੋ ਸਾਡੀ ਜਿਹੜੀ ਸਟੇਟ ਹੈ ਉਹ ਕਿੰਨੇ ਸਾਲ ਪਿੱਛੇ ਪੈ ਗਈ। ਜਦੋਂ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਤੇ ਕੰਟਰੋਲ ਹੀ ਪੋਲੀਟੀਸ਼ੀਅਨਸ ਦਾ ਹੈਗਾ ਹੈ, ਇਹਨਾਂ ਨੇ ਉਹ ਲੱਗਣ ਹੀ ਨਹੀਂ ਦੇਣਾ। ਕਿਉਂ? ਕਿਉਂਕਿ ਇਹਨਾਂ ਨੇ ਬਾਹਰੋਂ ਮੰਗਾਉਣੇ, ਬਾਹਰੋਂ ਮੰਗਾ ਕੇ ਉਹ ਚੋਂ ਕਮਿਸ਼ਨਾਂ ਖਾਣੀਆਂ। ਉਹਦੇ ਜ਼ਿੰਮੇਵਾਰ ਵੀ ਇਹ ਗੌਰਮੈਂਟ ਆ ਜਿਹੜੇ ਲੋਕ ਮਰਦੇ ਨੇ। ਪੰਚਾਇਤਨਾਮਾ ਦੇ ਦਰਸ਼ਕਾਂ ਲਈ ਅੱਜ ਅਸੀਂ ਇੱਕ ਨਵੀਂ ਚੀਜ਼ ਲੈ ਕੇ ਆਏ ਹਾਂ। ਇੱਕ ਮੁਲਾਕਾਤ ਹੈ, ਉਹ ਆਪਣੇ ਆਪਣੇ ਖੇਤਰ ਦੇ ਦੋ ਅਲੱਗ-ਅਲੱਗ ਆਈਕਨਸ ਨੇ ਜਿਨ੍ਹਾਂ ਦੇ ਨਾਲ ਅੱਜ ਮੁਲਾਕਾਤ ਕਰਾਂਗੇ। ਅੱਜ ਦੀ ਦੌਰ 'ਚ ਜੋ ਵੀ ਚਰਚਾ ਚੱਲੇ, ਜੋ ਵੀ ਗੱਲਬਾਤ ਹੋਵੇ, ਉਹ ਅਗਰ ਪੰਜਾਬ ਦੇ ਵਿੱਚ ਹੋ ਰਹੀ ਹੈ ਜਾਂ ਪੰਜਾਬ ਦੇ ਸੰਬੰਧ 'ਚ ਹੋ ਰਹੀ ਹੈ ਤਾਂ ਕਿਸਾਨ ਮੋਰਚਾ ਜੋ ਲੱਗਾ ਹੋਇਆ ਦਿੱਲੀ ਦੇ ਵਿੱਚ ਔਰ ਜੋ ਅੰਦੋਲਨ ਚੱਲ ਰਿਹਾ ਹੈ ਉਹ ਤੋਂ ਅਛੂਤੀ ਨਹੀਂ ਰਹਿ ਸਕਦੀ। ਮੇਰੇ ਨਾਲ ਅੱਜ ਯੂਥ ਆਈਕਨ ਔਰ ਸਬਰ ਫਾਊਂਡੇਸ਼ਨ ਦੇ ਨਾਲ ਜੁੜੇ ਹੋਏ ਮਿਸਟਰ ਦਹੀਆ ਨੇ, ਜਸਪ੍ਰੀਤ ਸਿੰਘ ਦਹੀਆ। ਦਹੀਆ ਜੀ ਜਿਸ ਸੰਗਠਨ ਨਾਲ ਵਾਬਸਤਾ ਨੇ, ਉਹਦਾ ਕੰਮ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਆਪਣੇ ਵਿਚਾਰ ਦੇਣਾ ਔਰ ਉਹਨਾਂ ਦੇ ਉੱਪਰ ਡੀਪ ਰੂਟ ਵਰਕ ਕਰਨਾ ਜਿਹੜਾ ਹੈ, ਇਹ ਉਹਨਾਂ ਦਾ ਮਕਸਦ ਹੈ। ਔਰ ਨਾਲ ਨੇ ਸਾਡੇ ਸਟਾਰ ਕਲਾਕਾਰ ਗਾਇਕ ਭਾਜੀ ਮੰਗੀ ਮਾਲ ਜੀ। ਇਹ ਬੜਾ ਅੱਛਾ ਕੰਟਰਾਸਟ ਹੈ। ਔਰ ਇਹਦੇ ਵਿੱਚ ਅਸੀਂ ਅੱਜ ਸਭ ਤੋਂ ਪਹਿਲਾਂ ਮੰਗੀ ਮਾਲ ਜੀ ਦਾ ਔਰ ਜਸਪ੍ਰੀਤ ਦਹੀਆ ਜੀ ਦਾ ਵੈਲਕਮ ਕਰਦੇ ਹੋਏ ਇਹਨਾਂ ਤੋਂ ਗੱਲ ਦੀ ਸ਼ੁਰੂਆਤ ਕਰਦੇ ਹਾਂ। ਮਾਲ ਸਾਹਿਬ, ਕਿੱਦਾਂ ਚੱਲ ਰਿਹਾ ਹੈ ਜੋ ਕਿਸਾਨ ਅੰਦੋਲਨ ਹੈ? ਉਹਦੇ ਵਿੱਚ ਤੁਹਾਡੀ ਸਕਰੀਅਤਾ ਕਾਫੀ ਜ਼ਿਆਦਾ ਰਹੀ ਹੈ ਔਰ ਗਾਇਕ ਭਾਈਚਾਰਾ ਵੀ ਤੁਹਾਡਾ ਕਾਫੀ ਹੱਦ ਤੱਕ ਉਧਰ ਨਾਲ ਵਾਬਸਤਾ ਜੁੜਿਆ ਹੋਇਆ ਹੈ। ਕੀ ਇੱਕ ਕਲਾਕਾਰ ਦੇ ਮਨ ਦਾ ਜਿਹੜਾ ਕਿਸਾਨ ਹੈ ਜਾਂ ਜਿਹੜਾ ਕਿਸਾਨ ਨਾਲ ਸਿੰਪਥੀ ਰੱਖਣ ਵਾਲਾ ਹੈ, ਅੰਦਰ ਦਾ ਜਿਹੜਾ ਵਿਅਕਤੀ ਹੈ ਤੁਹਾਡੇ, ਉਹਨੂੰ ਅੱਜ ਕੀ ਲੱਗਦਾ ਹੈ ਕਿ ਇਹ ਸਮੱਸਿਆ ਦਾ ਕੀ ਹੱਲ ਹੋਣਾ ਚਾਹੀਦਾ ਹੈ ਔਰ ਇਹ ਕਿਸ ਮੁਕਾਮ ਤੇ ਜਾ ਕੇ ਬਿਨਾਂ ਕਿਸੇ ਟਕਰਾਵ ਤੋਂ ਔਰ ਪੰਜਾਬ ਦੇ ਬਿਨਾਂ ਕਿਸੇ ਵੱਡੇ ਨੁਕਸਾਨ ਵੱਲ ਨੂੰ ਮੋੜ ਕੱਟਣ ਦੇ ਬਜਾਏ ਇਹ ਇੱਕ ਸੁਖਦ ਵਾਤਾਵਰਨ ਲੈ ਕੇ ਆਵੇ ਔਰ ਸਾਰੇ ਪਕਸ਼ ਜਿਹੜੇ ਹੈ ਉਹ ਵੀ ਸੰਤੁਸ਼ਟ ਔਰ ਖੁਸ਼ ਹੋਣ? ਕੀ ਐਸਾ ਕੋਈ ਫਾਰਮੂਲਾ ਤੁਸੀਂ ਦੱਸੋਗੇ ਜਾਂ ਦੱਸਣਾ ਚਾਹੋਗੇ? ਸਭ ਤੋਂ ਪਹਿਲਾਂ ਜੀ ਸ਼ਰਮਾ ਸਾਹਿਬ, ਪੰਚਾਇਤਨਾਮਾ ਨੂੰ ਦੇਖ ਰਹੇ ਤੇ ਸੁਣ ਰਹੇ ਸਾਰੇ ਤੁਹਾਡੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ। ਮੰਗੀ ਮਾਲ ਸਬਰ ਫਾਊਂਡੇਸ਼ਨ ਦੇ ਵਿੱਚ ਅਸੀਂ ਸਾਰੇ ਇਕੱਠੇ ਹਾਂ ਜੀ। ਜਸਪ੍ਰੀਤ ਦਹੀਆ, ਸੁਮਿਤ ਜੀ, ਰੌਕੀ ਜੀ, ਸੀਜਰ ਜੀ, ਜੋਨੀ ਬਾਸੀ ਸਾਹਿਬ, ਭੰਡਾਰੀ ਜੀ, ਸਾਰੇ ਬਹੁਤ ਸਾਡੇ ਸਾਰੇ ਮਿੱਤਰ ਜਿਹੜੇ ਇਸ ਫਾਊਂਡੇਸ਼ਨ ਦੇ ਵਿੱਚ ਅਸੀਂ ਸਾਰੇ ਕੰਮ ਕਰਦੇ ਹਾਂ। ਸੋ ਮੈਂ ਅੱਜ ਇੱਕ ਕਲਾਕਾਰ ਬਣ ਕੇ ਨਹੀਂ ਮੈਂ ਵਿਚਰ ਰਿਹਾ ਜੀ। ਮੈਂ ਇੱਕ ਮਿੱਟੀ ਦਾ ਪੁੱਤ ਹੋਣ ਦੇ ਨਾਤੇ, ਪੰਜਾਬੀ ਮਾਂ ਬੋਲੀ ਦਾ ਪੁੱਤ ਹੋਣ ਦੇ ਨਾਤੇ ਜਿਹੜਾ ਵਿਚਰ ਰਿਹਾ ਕਿਸਾਨ ਅੰਦੋਲਨ ਦੇ ਵਿੱਚ। ਦੇਖੋ, ਇਹ ਅੱਜ ਲੜਾਈ ਕਿਸੇ ਧਰਮ, ਜਾਤ ਜਾਂ ਮਜ਼ਹਬ ਦੀ ਜਾਂ ਕਿਸੇ ਸਿਆਸੀ ਪਾਰਟੀ ਦੀ ਨਹੀਂ। ਇਹ ਲੜਾਈ ਅੱਜ ਧਰਤੀ ਮਾਂ ਦੀ ਆ। ਤੇ ਬਾਬਾ ਜੀ ਨੇ ਵੀ ਲਿਖਿਆ ਸੀ ਜੀ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇਹ ਸਾਡੀ ਮਾਂ ਦੀ ਲੜਾਈ ਆ, ਸਾਡੀ ਜ਼ਮੀਨ ਦੀ, ਸਾਡੀ ਹੋਂਦ ਦੀ ਲੜਾਈ ਆ। ਔਰ ਇਹਦੇ ਲਈ ਜੇ ਕਿਸੇ ਦੀ ਜ਼ਮੀਨ ਨਹੀਂ ਪਰ ਜ਼ਮੀਰ ਤਾਂ ਹੈ ਨਾ, ਜਾਗਦੀਆਂ ਜ਼ਮੀਰਾਂ ਵਾਲਿਆਂ ਨੂੰ ਸਭ ਨੂੰ ਖੜਨਾ ਚਾਹੀਦਾ। ਅੱਜ ਲੋੜ ਹੈ ਖੜਨ ਲਈ, ਕਿਉਂਕਿ ਬਹੁਤ ਜ਼ਿਆਦਾ ਜਿਹੜਾ ਇਹ ਧੱਕਾ ਅੱਜ ਦੇਖੋ ਤੁਸੀਂ ਹਿੰਦੁਸਤਾਨ ਦੇ ਵਿੱਚ ਹੋ ਰਿਹਾ। ਗੌਰਮੈਂਟਾਂ ਬਣਦੀਆਂ ਨੇ, ਗੌਰਮੈਂਟਾਂ ਲੋਕਾਂ ਦੇ ਲਈ ਬਣਦੀਆਂ ਨੇ ਔਰ ਲੋਕ ਹੀ ਬਣਾਉਂਦੇ ਨੇ। ਲੋਕਾਂ ਲਈ ਗੌਰਮੈਂਟਾਂ ਨੂੰ ਕੰਮ ਕਰਨਾ ਚਾਹੀਦਾ। ਤਰਾਸਦੀ ਇਹ ਕਿ ਜਦੋਂ ਦਾ ਹਿੰਦੁਸਤਾਨ ਸਾਡਾ ਆਜ਼ਾਦ ਹੋਇਆ, ਉਸ ਤੋਂ ਬਾਅਦ ਜਿਹੜੀ ਲੀਡਰਸ਼ਿਪ ਮਿਲੀ ਆ ਸਾਡੇ ਹਿੰਦੁਸਤਾਨ ਨੂੰ, ਜਾਣੀ ਲੀਡਰ ਆਏ ਨੇ, ਚਾਹੇ ਉਹ ਕਿਸੇ ਵੀ ਪਾਰਟੀ ਨਾਲ ਵਾਹ ਵਾਸਤਾ ਰੱਖਦੇ ਹੋਣ, ਇਹ ਲੀਡਰ ਲੁੱਟ ਕੇ ਖਾ ਗਏ ਇਸ ਹਿੰਦੁਸਤਾਨ ਨੂੰ। ਜਿੰਨਾ ਸਾਡਾ ਸੋਹਣਾ ਮੁਲਕ ਆ, ਇੱਦਾਂ ਦਾ ਮੁਲਕ ਮੈਨੂੰ ਦੁਨੀਆ ਦੇ ਵਿੱਚ ਕਿਤੇ ਨਹੀਂ ਲੱਗਦਾ। ਮੈਂ 46 ਮੁਲਕ ਦੁਨੀਆ ਦੇ ਘੁੰਮੇ ਆ, ਮਤਲਬ ਸਭ ਤੋਂ ਸੋਹਣਾ ਮੈਨੂੰ ਮੁਲਕ ਜਿਹੜਾ ਸਾਡਾ ਇਹ ਹਿੰਦੁਸਤਾਨ ਲੱਗਦਾ।
ਜਿੱਥੇ ਦੇਖੋ ਤੁਸੀਂ ਹਰ ਪ੍ਰਾਂਤ ਦਾ ਆਪਣਾ ਖਾਣਾ, ਆਪਣਾ ਗਾਣਾ ਤੇ ਆਪਣਾ ਬਾਣਾ। ਚਾਹੇ ਹਿਮਾਚਲ ਚਲ ਜਾਓ, ਹਰਿਆਣੇ ਚਲ ਜਾਓ, ਰਾਜਸਥਾਨ ਚਲ ਜਾਓ, ਕਿਤੇ ਵੀ ਚਲ ਜਾਓ, ਉਹਨਾਂ ਦੇ ਬਾਣੇ ਵੀ ਆਪਣੇ ਆ, ਉਹਨਾਂ ਦੇ ਗਾਣੇ ਵੀ ਆਪਣੇ ਆ ਤੇ ਉਹਨਾਂ ਦੇ ਖਾਣੇ ਵੀ ਆਪਣੇ ਆ। ਔਰ ਕਿੰਨਾ ਸਾਡਾ ਸੋਹਣਾ ਦੇਸ਼ ਆ ਜਿਹੜਾ ਰਲ ਮਿਲ ਕੇ ਅਸੀਂ ਰਹਿੰਦੇ, ਇੱਕ ਦੂਜੇ ਨਾਲ ਪਿਆਰ ਮੁਹੱਬਤ ਕਰਦੇ ਆ। ਇਹਦੇ ਵਿੱਚ ਨਫ਼ਰਤ ਦੀ ਜਿਹੜੀ ਨੀਤੀ ਆ ਉਹ ਨਹੀਂ ਹੋਣੀ ਚਾਹੀਦੀ, ਔਰ ਸੱਚ ਨੂੰ ਸੱਚ ਕਹਿਣਾ ਚਾਹੀਦਾ, ਔਰ ਝੂਠ ਨੂੰ ਝੂਠ ਕਹਿਣਾ ਚਾਹੀਦਾ। ਦੇਖੋ ਇਹ ਬਹੁਤ ਵੱਡੀਆਂ ਇੱਕ ਪਲੈਨਿੰਗਾਂ ਜਿਹੜੀਆਂ ਇਹ ਕੀਤੀਆਂ ਗਈਆਂ ਅੱਜ ਤੋਂ 6 ਸਾਲ ਪਹਿਲਾਂ ਜਦੋਂ ਇਹ ਗੌਰਮੈਂਟ ਆਈ ਆ। ਇਹਨਾਂ ਨੇ ਬਹੁਤ ਤਰੀਕੇ ਦੇ ਨਾਲ, ਬੜੇ ਸਿਆਣੇ ਤਰੀਕੇ ਦੇ ਨਾਲ ਇਹ ਚੱਲੇ, ਕਿਉਂਕਿ ਇਹਨਾਂ ਨੇ ਮਗਰ ਕੰਮ ਕਰਦੇ ਹੁੰਦੇ ਨਾ ਲੋਕ। ਉਸ ਤਰੀਕੇ ਦੇ ਨਾਲ ਇਹਨਾਂ ਨੇ ਨੋਟਬੰਦੀ ਕੀਤੀ। ਨੋਟਬੰਦੀ ਦੇ ਵਿੱਚ ਜਿਹੜੇ ਘਰਾਣੇ ਆ ਉਹ ਅਮੀਰ ਕੀਤੇ ਆ, ਜਿਹੜੇ ਗਰੀਬ ਆ, ਬੁੜੀਆਂ ਨੇ ਆਪਣੀਆਂ ਕੁੜੀਆਂ ਲਈ ਵਿਚਾਰੀਆਂ ਨੇ ਜੇ ਲੱਖ 2-2 ਲੱਖ ਵੀ ਕਿਤੇ ਰੱਖਿਆ ਸੀ ਲੁਕੋ ਕੇ ਵੀ ਮੈਂ ਆਪਣੀ ਧੀ ਨੂੰ ਦਊਂਗੀ ਜਾਂ ਲੋਹੜੀ ਤੇ ਦੇ ਦਊਂਗੀ ਜਾਂ ਕੁਛ ਕਰ ਲੂੰਗੀ ਕਿਤੇ ਕੰਮ, ਉਹ ਵੀ ਇਹਨਾਂ ਨੇ ਉਹਨਾਂ ਦੀਆਂ ਜੇਬਾਂ 'ਚ ਨਹੀਂ ਛੱਡਿਆ। ਉਦੋਂ ਵੀ ਦੇਖੋ ਤੁਸੀਂ 100 ਤੋਂ ਉੱਤੇ ਪਤਾ ਨਹੀਂ ਕਿੰਨੇ ਲੋਕ ਮਰੇ ਆ। ਉਹਦੇ ਜ਼ਿੰਮੇਵਾਰ ਵੀ ਇਹ ਗੌਰਮੈਂਟ ਆ ਜਿਹੜੇ ਲੋਕ ਮਰਦੇ ਨੇ। ਮੈਂ ਜਿਹੜਾ ਸਵਾਲ ਤੁਹਾਨੂੰ ਕੀਤਾ ਸੀ ਉਹ ਇਹ ਹੈ ਕਿ ਅੱਜ ਜੋ ਫੈਸਲਾ ਹੋ ਰਿਹਾ, ਫੈਸਲੇ ਦੀ ਘੜੀ ਹੈ ਦਿੱਲੀ ਦੇ ਵਿੱਚ, ਜਿਹੜਾ ਕਿਸਾਨ ਅੰਦੋਲਨ ਦਾ ਔਰ ਸਰਕਾਰ ਅੰਦੋਲਨਕਾਰੀਆਂ ਔਰ ਸਰਕਾਰ ਦੇ ਵਿੱਚ ਹੋ ਰਿਹਾ, ਉਹਦੇ ਵਿੱਚ ਤੁਸੀਂ ਕੀ ਸੋਚਦੇ ਹੋ ਵੀ ਕੀ ਹੋਣਾ ਚਾਹੀਦਾ, ਰਾਹ ਕੀ ਨਿਕਲੇਗਾ? ਇਹ ਗੱਲ ਤੇ ਤੁਹਾਡੀ ਬਹੁਤ ਵਾਰੀ ਲੋਕਾਂ ਨੇ ਬਹੁਤ ਅੱਛੀ ਤਰ੍ਹਾਂ ਨਹੀਂ, ਉੱਥੇ ਹੀ ਗੱਲ ਆ ਰਹੀ ਹੈ ਜੀ। ਗੱਲ ਜ਼ਮੀਨ ਤੋਂ ਸ਼ੁਰੂ ਹੋਈ ਹੈ ਤੇ ਜ਼ਮੀਨ ਤੇ ਹੀ ਖਤਮ ਹੋਣੀ ਆ। ਔਰ ਜਦੋਂ ਨੋਟਬੰਦੀ ਕੀਤੀ ਹੈ, ਨੋਟਬੰਦੀ ਦੇ ਵਿੱਚ ਜਿਹੜੀਆਂ ਜ਼ਮੀਨਾਂ ਦੇ ਭਾਅ ਸਿੱਟੇ ਗਏ, ਪੰਜਾਬ ਦੀਆਂ ਜਿਹੜੀਆਂ ਜ਼ਮੀਨਾਂ ਸੀ, ਜੇ ਖੱਤੇ ਦਾ ਰੇਟ 40 ਲੱਖ ਰੁਪਈਆ ਸੀ ਤੇ ਉਹ 40 ਲੱਖ ਤੋਂ 10 ਜਾਂ 12 ਲੱਖ ਤੇ ਰਹਿ ਗਿਆ। ਉਹ ਕਿਉਂ ਸਿੱਟਿਆ ਗਿਆ? ਕਿ ਘਰਾਣੇ ਜਿਹੜੇ ਸਸਤੀਆਂ ਜ਼ਮੀਨਾਂ ਖਰੀਦਣ। ਇਹ ਜ਼ਮੀਨਾਂ ਖਰੀਦਣ ਲਈ ਉਹਨਾਂ ਨੇ ਫਿਰ ਮੂਹਰੇ ਆਪਣੇ ਇੱਕ ਟਾਊਟ ਜਿਹੜੇ ਆ ਉਹ ਇਕੱਠੇ ਕੀਤੇ, ਠੀਕ ਹੈ ਜੀ। ਔਰ ਉਹਨਾਂ ਨੇ 100 200 ਖੱਤਾ ਜਿਹੜਾ ਜ਼ਮੀਨ ਦਾ ਪੰਜਾਬ ਦੇ ਵਿੱਚ ਖਰੀਦ ਲਿਆ, ਕਿਸੇ ਦੇ ਥਰੂ, ਕਿਸੇ ਦੇ ਚਿਹਰੇ ਅੱਗੇ ਕਰਕੇ, ਠੀਕ ਹੈ ਜੀ। ਔਰ ਉਹਨਾਂ ਨੂੰ ਕਿੱਦਾਂ ਪਤਾ ਸੀ 3 ਸਾਲ ਪਹਿਲਾਂ ਵੀ ਕਿ ਇਹ ਰਸਤੇ ਇੱਥੋਂ ਨਿਕਲਣੇ ਨੇ, ਜਿਹੜਾ ਆਹ ਹੁਣ 6 ਲੈਨ ਜਿਹੜਾ ਹਾਈਵੇ ਨਿਕਲ ਰਿਹਾ, ਠੀਕ ਹੈ। ਇਹ ਪਲੈਨਿੰਗਾਂ ਪਹਿਲਾਂ ਹੀ ਚੱਲ ਰਹੀਆਂ ਸੀ ਜ਼ਮੀਨ ਦੇ ਉੱਤੇ ਕਬਜ਼ੇ ਕਰਨ ਦੀਆਂ। ਔਰ ਉੱਥੇ ਉਹਨਾਂ ਨੇ ਜ਼ਮੀਨਾਂ ਖਰੀਦੀਆਂ ਜਿੱਥੇ ਉਹਨਾਂ ਦੇ ਗਡਾਊਨ ਬਣੇ, ਜਿਨ੍ਹਾਂ ਨੇ ਜ਼ਮੀਨ ਉੱਥੋਂ ਹੀ ਰਾਹ ਕੱਢਿਆ ਗਿਆ, ਰਸਤੇ ਵੀ ਉੱਥੋਂ ਹੀ ਕੱਢੇ ਗਏ। ਤੇ ਪੰਜਾਬ ਦੇ ਵਿੱਚ ਸਿਰਫ 4 ਕੱਟ ਆ। 14,000 ਏਕੜ ਜਿਹੜੀ ਪੰਜਾਬ ਦੀ ਇਸ ਹਾਈਵੇ ਨੇ ਜ਼ਮੀਨ ਖਾ ਲੈਣੀ ਸਾਡੀ। 14,000 ਏਕੜ ਜ਼ਮੀਨ ਜਿਹੜੀ ਸਾਡੀ ਖਾਣੀ ਆ, ਤੇ ਪੰਜਾਬੀਆਂ ਤੋਂ ਉਸ ਚੀਜ਼ ਦਾ ਫਾਇਦਾ ਕੋਈ ਨਹੀਂ। ਜਦ ਪੰਜਾਬੀਆਂ ਨੂੰ ਫਾਇਦਾ ਹੀ ਨਹੀਂ, ਉਹ ਅਸੀਂ ਆਪਣੀ ਧਰਤੀ ਮਾਂ ਦੇ ਉੱਤੇ ਜਾਂ ਆਪਣੀ ਹਿੱਕ ਦੇ ਉੱਤੇ ਰੋਡ ਕੱਢਣ ਕਿਉਂ ਦਈਏ? ਅਸੀਂ ਉਹ ਰੋਡ ਵੀ ਨਹੀਂ ਕੱਢਣ ਦੇਣੇ। ਉਹਦੇ ਲਈ ਵੀ ਸੰਘਰਸ਼ ਹੋਣਗੇ। ਹੁਣ ਇਹ ਸੰਘਰਸ਼ ਰੁਕਣੇ ਨਹੀਂ। ਹੁਣ ਇਹ ਪੰਜਾਬ 'ਚੋਂ ਆਗਾਜ਼ ਹੋ ਚੁੱਕਾ, ਚਿਣਗ ਲੱਗ ਚੁੱਕੀ ਆ। ਜਿਹੜੀ ਗੱਲ ਆ ਸੰਘਰਸ਼ ਜਿਹੜਾ ਹੁਣ ਕਿਸਾਨੀ ਹੋ ਰਿਹਾ, ਤੁਸੀਂ ਕਹਿ ਰਹੇ ਹੋ, ਇਹਦਾ ਦੇਖੋ ਹੱਲ ਗੌਰਮੈਂਟਾਂ ਜਿਹੜੀਆਂ ਲੋਕਾਂ ਲਈ ਹੁੰਦੀਆਂ, ਲੋਕਾਂ ਦਾ ਭਲਾ ਕਰੋ ਨਾ। ਤੁਹਾਨੂੰ ਰਾਜਯੋਗ ਦਿੱਤਾ ਪ੍ਰਮਾਤਮਾ ਨੇ, ਭਗਵਾਨ ਨੇ ਤੁਹਾਨੂੰ ਰਾਜੇ ਬਣਾਇਆ, ਔਰ ਰਾਜੇ ਦਾ ਫਰਜ਼ ਹੈ ਕਿ ਮੇਰੀ ਪਬਲਿਕ ਜਿਹੜੀ ਮੇਰੀ ਪ੍ਰਜਾ ਖੁਸ਼ ਰਹੇ। ਮੈਂ ਅੱਗੇ ਕਈ ਵਾਰੀ ਇੰਟਰਵਿਊਆਂ 'ਚ ਕਹਿ ਚੁੱਕਾ, ਸਾਡਾ ਰਾਜਾ ਇਹ ਕਹਿੰਦਾ ਮੇਰੇ ਦੋਸਤ ਖੁਸ਼ ਰਹਿਣ, ਅਡਾਨੀ ਤੇ ਅਬਾਨੀ। ਮਲੇ ਇਸ ਮੁਲਕ ਨੂੰ ਇੱਕ ਗੁਜਰਾਤੀ ਰੰਗ ਦੇ ਵਿੱਚ ਰੰਗਿਆ ਜਾ ਰਿਹਾ। 2 ਬੰਦੇ ਗੁਜਰਾਤੀ ਆ, ਉਹੀ ਗੁਜਰਾਤੀ ਆ, ਅਡਾਨੀ ਅਬਾਨੀ ਵੀ ਗੁਜਰਾਤੀ ਆ। ਉਹ ਕਹਿੰਦੇ ਨੇ ਅੰਨੀ ਵੰਡੇ ਸੀਰ ਨਹੀਂ ਮੁੜ ਘੜੇ ਆਪਣੇ ਨੂੰ। ਉਹ ਸਾਰਾ ਕੁਝ ਚੱਕ ਕੇ ਉਹਨਾਂ 2 ਘਰਾਣਿਆਂ ਨੂੰ ਦੇਈ ਜਾ ਰਹੇ ਆ। ਸਾਰਾ ਮੁਲਕ ਦਾ ਦੇਖੋ ਤੁਸੀਂ। ਜੇ ਆਪਾਂ ਅੱਜ ਕਹੀਏ ਕਿ ਅਸੀਂ ਕਿਸੇ ਦੇ ਖਿਲਾਫ ਨਹੀਂ, ਅਸੀਂ ਜੇ ਗਲਤ ਆ, ਚਾਹੇ ਅਸੀਂ ਅਕਾਲੀ ਦਲ ਨਾਲ ਜੁੜੇ ਸੀ ਪਹਿਲਾਂ, ਜੇ ਅਕਾਲੀ ਦਲ ਗਲਤ ਹੈ ਤਾਂ ਉਹਨੂੰ ਗਲਤ ਕਹਾਂਗੇ, ਜੇ ਕਾਂਗਰਸ ਗਲਤ ਹੈ ਤਾਂ ਕਾਂਗਰਸ ਨੂੰ ਗਲਤ ਕਰਾਂਗੇ, ਜੇ ਭਾਜਪਾ ਗਲਤ ਹੈ ਭਾਜਪਾ ਨੂੰ ਗਲਤ ਕਹਾਂਗੇ। ਸਾਨੂੰ ਰੱਬ ਨੇ ਬੁੱਧੀ ਦਿੱਤੀ, ਸਾਨੂੰ ਦਿਮਾਗ ਦਿੱਤਾ, ਬੇਵਕੂਫ ਥੋੜ੍ਹਾ ਅਸੀਂ ਅੱਖਾਂ ਦੇ ਉੱਤੇ ਪੱਟੀਆਂ ਬੰਨ੍ਹ ਕੇ ਤੇ ਜਿੰਦਾਬਾਦ ਜਿੰਦਾਬਾਦ ਕਰੀ ਚੱਲੀਏ। ਅੱਜ ਯੰਗਸਟਰ ਜਿਹੜੀ ਪੀੜ੍ਹੀ ਉਹ ਸਿਆਣੀ ਹੋ ਚੁੱਕੀ ਆ। ਜੇ ਪ੍ਰਤੱਖ ਲੈਣਾ ਤੁਸੀਂ ਹੁਣ ਅੰਮ੍ਰਿਤਸਰ ਤੋਂ ਲੈ ਲਓ, ਇਹਨਾਂ ਦੀ ਬਦਮਾਸ਼ੀ ਦਾ, ਅਡਾਨੀਆਂ ਦੀ ਦਾ। ਉਹਨਾਂ ਨੇ, ਤੁਹਾਨੂੰ ਪਤਾ, ਤੁਸੀਂ ਬਾਹ ਵਾਸਤਾ ਰੱਖਦੇ ਬੜੇ ਸਿਆਣੇ ਹੋ ਸ਼ਰਮਾ ਜੀ, ਉਹਨਾਂ ਨੇ ਜਿਹੜਾ ਰੇਲਵੇ ਸਟੇਸ਼ਨ ਅੰਮ੍ਰਿਤਸਰ ਦਾ ਲੈ ਲਿਆ। 5 ਰੁਪਏ ਟਿਕਟ ਸੀ ਜਦੋਂ ਆਪਾਂ ਕਿਸੇ ਨੂੰ ਚੜਾਉਣ ਜਾਂਦੇ, ਛੱਡਣ ਜਾਂਦੇ ਹੋ, 5 ਰੁਪਏ ਟਿਕਟ ਸੀ ਅੰਦਰ ਜਾਣ ਦੀ। ਅੱਜ 200 ਰੁਪਈਆ ਟਿਕਟ ਕਰਤੀ ਆ। ਦੇਖੋ ਕਿੱਡਾ ਵੱਡਾ ਧੱਕਾ ਆ। ਤੁਹਾਨੂੰ ਵੀ ਨਹੀਂ ਪਤਾ, ਤੁਸੀਂ ਵੀ ਅੱਖਾਂ ਦੇ ਭਰਵੱਟੇ ਚੱਕ ਲੈ ਨਾ। ਇਹ ਪ੍ਰਤੱਖ ਰੂਪ ਦੇ ਵਿੱਚ ਆ, ਜਾ ਕੇ ਦੇਖੋ। ਅੰਮ੍ਰਿਤਸਰ ਦੇ ਵਿੱਚ ਇਹ ਕੰਮ ਆਗਾਜ਼ ਸ਼ੁਰੂ ਹੋ ਗਿਆ ਆ। ਅਡਾਨੀ ਨੇ ਇੱਥੇ ਕੰਮ ਇਹ ਸ਼ੁਰੂ ਕਰ ਦਿੱਤਾ ਆ ਅੰਮ੍ਰਿਤਸਰ ਦੇ ਵਿੱਚ। ਇਹ ਹੌਲੀ ਹੌਲੀ ਸਾਨੂੰ ਘਰਾਣੇ ਭੁੱਖੜਿਆਂ ਨੇ ਤੇ ਰੱਜਣਾ ਹੀ ਨਹੀਂ ਕਦੀ। ਇਹ ਲੁੱਟਣ ਨੂੰ ਬਸ ਹੋਏ ਆ ਸਾਨੂੰ। ਔਰ ਇਹਨਾਂ ਨੇ ਛੋਟਾ ਵਪਾਰੀ ਵੀ ਮਾਰਨਾ। ਅੱਜ ਦੇਖੋ ਛੋਟਾ ਵਪਾਰੀ ਮਰ ਚੁੱਕਿਆ ਆ। ਪਿੰਡਾਂ ਦੇ ਵਿੱਚ ਲੋਕਾਂ ਦੀਆਂ ਜੇਬਾਂ 'ਚ ਪੈਸੇ ਹੋਣਗੇ ਤਾਂ ਕਿਸੇ ਦੀ ਦੁਕਾਨ ਤੇ ਕੋਈ ਝੱਗਾ ਚੁੰਨੀ, ਕੋਈ ਆਪਣੀ ਜੁੱਤੀ, ਕੋਈ ਬੂਟ, ਕੋਈ ਹੋਰ ਚੀਜ਼ ਖਰੀਦ ਲੂ। ਜੇ ਪੈਸਾ ਹੀ ਹੈ ਨਹੀਂ ਤੁਹਾਡੀ ਜੇਬ ਦੇ ਵਿੱਚ ਤੇ ਛੋਟੇ ਦੁਕਾਨਦਾਰ ਵਿਚਾਰੇ ਮਰੇ ਪਏ, ਉਹਨਾਂ ਦੇ ਕੋਲੋਂ ਜਾ ਕੇ ਤੁਹਾਨੂੰ ਕੀ ਖਰੀਦ ਲਓਗੇ? ਅੱਜ ਹਰ ਬੰਦਾ ਰੋ ਰਿਹਾ। ਦੇਖੋ ਅੱਜ ਹਿੰਦੁਸਤਾਨ ਬਹੁਤ ਬੁਰੇ ਹਾਲਾਤਾਂ ਦੇ ਵਿੱਚੋਂ ਲੰਘ ਰਿਹਾ ਆ। ਕਿਸਾਨੀ ਦਾ ਹੱਲ ਹੋਣਾ ਚਾਹੀਦਾ ਆ। ਅੱਜ ਦੇਖੋ ਤੁਸੀਂ ਹੁਣ 60 ਤੋਂ ਉੱਤੇ ਜਿਹੜੇ ਸ਼ਹੀਦ ਹੋ ਗਏ ਆ, ਦੇਖਿਆ ਉੱਥੇ ਰੋਜ਼ 2-2 3-3 ਜਿਹੜੀਆਂ ਉੱਥੋਂ ਆਪਣੀਆਂ ਲਾਸ਼ਾਂ ਨਿਕਲ ਰਹੀਆਂ। ਸਾਡੇ ਲੋਕ ਮਰ ਰਹੇ ਆ, ਸ਼ਹੀਦ ਹੋ ਰਹੇ ਆ, ਠੀਕ ਹੈ ਨਾ। ਫਿਰ ਉਹਦਾ ਜ਼ਿੰਮੇਵਾਰ ਕੌਣ ਆ?
ਸੁਸਾਈਡ ਨੋਟ ਵੀ ਉਹ ਲਿਖ ਰਹੇ ਆ ਸਰਕਾਰ ਦੇ ਨਾਂ ਤੇ ਵੀ ਇਹਨਾਂ ਤੋਂ ਦੁਖੀ ਹੋ ਕੇ ਅਸੀਂ ਮਰ ਰਹੇ ਆ। ਫਿਰ ਥੋੜਾ ਜਿਹਾ ਤਰਸ, ਇੱਕ ਰਹਿਮ ਵੀ ਹੁੰਦਾ ਦਿਲ ਦੇ ਵਿੱਚ। ਦੇਖੋ ਪਰਮਾਤਮਾ ਨੇ ਤੁਹਾਨੂੰ ਬੰਦੇ ਬਣਾ ਕੇ ਭੇਜਿਆ ਆ, ਤੁਸੀਂ ਬੰਦਿਆਂ ਵਾਲੀ ਜੂਨੀ 'ਚ ਆ, ਤੁਸੀਂ ਬੰਦੇ ਦੇ ਪੁੱਤ ਬਣ ਕੇ ਜੀਓ। ਤੁਸੀਂ ਜਾਨਵਰ ਕਿਉਂ ਬਣ ਗਏ ਹੋ? ਇਹ ਤਾਂ ਜਾਨਵਰਾਂ ਵਾਲੀ ਬੁੱਧੀ ਲੈ ਕੇ ਬੈਠੇ ਆ ਇਸ ਵੇਲੇ। ਅੱਜ ਦੀ ਗੱਲਬਾਤ ਦਾ ਕੀ ਬਣੇਗਾ? ਦੇਖੋ ਅੱਜ ਦੀ ਗੱਲਬਾਤ ਤਾਂ ਇਹ ਆ ਜੀ, ਉੱਥੇ ਜਿਹੜੀਆਂ ਕਿਸਾਨ ਜਥੇਬੰਦੀਆਂ ਬੈਠੀਆਂ, ਬੜੇ ਬੁੱਧੀਜੀਵੀ ਲੋਕ ਬੈਠੇ ਆ, ਔਰ ਵੱਡੀ ਖੁਸ਼ੀ ਵਾਲੀ ਗੱਲ ਇਹ ਆ ਜਿਹੜੀ ਯੰਗਸਟਰ ਪੀੜ੍ਹੀ ਆ ਉਹਨਾਂ ਨੇ, ਦੇਖੋ ਇਹ ਜਿੰਨੇ ਚਿਰ ਦਾ ਅੰਦੋਲਨ ਚੱਲਦਾ ਇੱਕ ਬੱਟਾ ਤੱਕ ਨਹੀਂ ਕਿਸੇ ਕਾਰ ਦੇ ਉੱਤੇ ਵੱਜਿਆ। ਔਰ ਇਹ ਬਹੁਤ ਵੱਡੀ ਸ਼ਾਬਾਸ਼ ਆ। ਸੰਜਮ ਦੇ ਨਾਲ, ਇਦਾਂ ਹੀ ਧੀਰਜ ਦੇ ਨਾਲ, ਇਦਾਂ ਹੀ ਰਹਿਣਾ ਚਾਹੀਦਾ। ਦੇਖੋ ਕਲੇਸ਼ ਕਿਸੇ ਵੀ ਚੀਜ਼ ਦਾ ਹੱਲ ਨਹੀਂ। ਪੰਜਾਬ ਦੇ ਵਿੱਚ 1627 ਟਾਵਰ ਜਿਹੜੇ ਉਹ ਡਿਸਟਰਬ ਕੀਤੇ ਗਏ। ਦੇਖੋ ਮੇਰੀ ਗੱਲ ਸੁਣੋ, ਜੇ ਤੁਸੀਂ ਕਿਸੇ ਦੇ ਚੁੱਲ੍ਹੇ ਢਾਉਣ ਆ ਜਾਓਗੇ ਤਾਂ ਤੁਹਾਡੇ ਟਾਵਰ ਟੂਬਰ ਥੋੜ੍ਹਾ ਛੱਡਣੇ ਉਹਨਾਂ ਨੇ। ਦੇਖੋ ਇਹ ਭੁੱਲ ਜਾਣ। ਇਹ ਕਨੈਕਟੀਵਿਟੀ ਦਾ ਪ੍ਰੋਬਲਮ ਤੇ ਉੱਥੇ ਬੈਠੇ ਲੋਕਾਂ ਨੂੰ ਹੋ ਰਹੀ ਹੈ ਜਿਹਨਾਂ ਦੇ ਘਰਾਂ 'ਚ ਫੋਨ ਨਹੀਂ ਮਿਲਦੇ। ਨਹੀਂ ਦੇਖੋ, ਨਹੀਂ ਕੱਲੇ ਉਹਨਾਂ ਦੇ ਫੋਨ ਨਹੀਂ। ਦੇਖੋ ਇੱਥੇ ਕੰਪਨੀਆਂ ਹੋਰ ਵੀ ਕੰਮ ਕਰ ਰਹੀਆਂ, ਏਅਰਟੈਲ ਵੀ ਕਰ ਰਹੀ ਆ, ਵੋਡਾਫੋਨ ਵੀ ਕਰ ਰਹੀ ਆ। ਪਹਿਲੀ ਗੱਲ ਤਾਂ ਇਹਨਾਂ ਨੇ BSNL ਕਿਉਂ ਮਾਰੀ ਆ? ਸਾਡੇ ਹੀ ਬੰਦੇ, ਸਾਡੀਆਂ ਹੀ ਸਰਕਾਰਾਂ, ਸਾਡੇ ਜਿਹੜੇ ਚੰਗੇ ਸਰਕਾਰੀ ਅਦਾਰੇ ਚੱਲ ਰਹੇ ਸੀ ਉਹਨਾਂ ਦਾ ਬੇੜਾ ਕਰਕੇ ਇਹਨਾਂ ਨੇ ਅਡਾਨੀਆਂ ਵਾਨੀਆਂ ਦੀਆਂ ਝੋਲੀਆਂ 'ਚ ਪਾਉਣੇ ਸ਼ੁਰੂ ਕਰਤੇ। ਤੁਸੀਂ ਹੁਣ ਹੱਸ ਰਹੇ ਆ, ਤੁਹਾਨੂੰ ਵੀ ਤਾਂ ਪਤਾ ਹੀ ਆ BSNL ਕਿਉਂ ਮਾਰਿਆ ਗਿਆ। ਉਹ ਤੋਂ ਵਧੀਆ ਤਾਂ ਕਿਸੇ ਸਰਵਿਸ ਹੈ ਨਹੀਂ ਸੀ ਨਾ। ਉਹ ਤੋਂ ਵਧੀਆ ਤਾਂ ਹਿੰਦੁਸਤਾਨ 'ਚ ਕਿਤੇ ਟਾਵਰ ਹੈ ਨਹੀਂ ਸੀਗੇ। ਉਹਨੂੰ ਕਿਉਂ ਖਤਮ ਕੀਤਾ ਗਿਆ ਵੀ? ਠੀਕ ਹੈ ਨਾ। ਇਸ ਕਰਕੇ ਜਿਹੜੀਆਂ ਸਰਕਾਰਾਂ ਆ, ਇਹਨਾਂ ਨੂੰ ਸਰਕਾਰਾਂ ਵਾਂਗ ਜੀਣਾ ਚਾਹੀਦਾ, ਨਾ ਕਿ ਕਿਸੇ ਘਰਾਣਿਆਂ ਦੇ ਹੱਥ ਵਿੱਚ ਆ ਕੇ ਉਹਨਾਂ ਦੇ ਹੱਥ ਟੋਕੇ ਬਣ ਕੇ ਤੁਸੀਂ ਕੰਮ ਕਰੋ ਲੋਕਾਂ ਲਈ। ਇਹ ਲੋਕ ਬਰਦਾਸ਼ਤ ਨਹੀਂ ਕਰਨਗੇ। ਮੈਂ ਤਾਂ ਤੁਹਾਨੂੰ ਅੱਗੇ ਵੀ ਕਹਿਣਾ ਵੀ ਜੇ ਉਹ YouTube ਦੇ ਉੱਤੇ ਵੀਡੀਓ ਪਈਆਂ ਜੀ, ਉਹਦੀ ਘਰ ਵਾਲੀ ਚਾਹ ਦਾ ਕੱਪ ਜੀ 1 ਲੱਖ ਰੁਪਏ ਦਾ ਪੀਂਦੀ ਆ, ਤੁਸੀਂ ਵੀ ਦੇਖਿਆ ਹੋਣਾ, ਅਵਾਨੀ ਦੀ ਘਰ ਵਾਲੀ। ਜੇ ਚਾਹ ਦਾ 1 ਲੱਖ ਦਾ ਕੱਪ ਪੀਂਦੀ ਆ, ਫਿਰ ਹੁਣ ਭੁੱਖੇ ਏਡੇ ਹਜੇ ਵੀ ਨਹੀਂ ਰੱਜੇ, ਹਜੇ ਵੀ ਹਿੰਦੁਸਤਾਨ ਨੂੰ ਖਾਣਾ ਚਾਹੁੰਦੇ ਆ। ਰੱਜ ਜਾਓ ਤੁਸੀਂ ਕਿਤੇ ਤੱਕ। ਦੇਖੋ ਕਿਸੇ ਚੀਜ਼ ਦਾ ਵੀ ਕਿਤੇ ਐਂਡ ਹੁੰਦਾ। ਆਪਾਂ ਬਹੁਤ ਮੈਂ ਤਾਂ ਆਪਣੀ ਉਮਰ ਦੇ ਵਿੱਚ ਆਪਾਂ ਦੇਖ ਲਿਆ, ਜਿਹੜੇ ਲੋਕ ਹੰਕਾਰੀ ਸੀ, ਚਾਹੇ ਉਹ ਸਦਾਮ ਹੁਸੈਨ ਸੀ, ਚਾਹੇ ਉਹ ਗਦਾਫੀ ਸੀ, ਤਾਂ ਚਾਹੇ ਕੋਈ ਵੀ ਸੀ, ਮੈਂ ਤਾਂ ਐਂਡ ਹੁੰਦੇ ਦੇਖ ਲਏ ਆ, ਰੁਲਦੇ ਦੇਖੇ ਆ ਬਹੁਤ ਬੁਰੇ ਤਰੀਕੇ ਦੇ ਨਾਲ। ਠੀਕ ਹੈ ਜੀ। ਇਸ ਹਿੰਦੁਸਤਾਨ ਦੇ ਵਿੱਚ ਭਗਵਾਨ ਦਾ ਵਾਸਾ ਆ, ਗੁਰੂਆਂ, ਪੀਰਾਂ, ਅਵਤਾਰਿਆਂ, ਦੇਵਤਾਂ ਦੀ ਇਹ ਧਰਤੀ ਆ। ਇਹ ਬੜੀ ਖੂਬਸੂਰਤ ਧਰਤੀ ਆ। ਇਹਨੂੰ ਲੋਕਾਂ ਨੂੰ ਜਿੱਦਾਂ ਲੋਕ ਰਹਿੰਦੇ ਪਿਆਰ ਮੁਹੱਬਤ ਨਾਲ ਇੱਕ ਦੂਜੇ ਨੂੰ ਰਹਿਣ ਦਿਓ। ਲੋਕਾਂ ਦੇ ਵਿੱਚ ਵੰਡੀਆਂ ਨਾ ਪਾਓ ਔਰ ਲੋਕਾਂ ਨੂੰ ਤੰਗ ਨਾ ਕਰੋ। ਜੋ ਲੋਕ ਆਪਣੇ ਬਿਜ਼ਨਸ ਕਰਦੇ ਯਾਰ ਉਹਨਾਂ ਨੂੰ ਕਰਨ ਦਿਓ। ਤੁਸੀਂ ਸਿਰਫ 4-5 ਘਰਾਣੇ ਲੁੱਟੀ ਜਾਂਦੇ ਹੋ ਉੱਤੇ ਬੈਠੇ ਹਿੰਦੁਸਤਾਨ ਨੂੰ। ਬਾਕੀ ਲੋਕਾਂ ਨੂੰ ਕੋਈ ਹੱਕ ਨਹੀਂ ਕੰਮ ਕਰਨ ਦਾ। ਬਾਕੀ ਲੋਕਾਂ ਨੂੰ ਵੀ ਕਰਨ ਦਿਓ ਕੰਮ। ਵੈਸੇ ਘਰਾਣਿਆਂ ਦਾ ਨਾਮ ਕੋਈ ਲਿਆ ਜਿਹੜਾ ਨਵਾਂ ਨਹੀਂ ਹੈ। ਪਹਿਲਾਂ ਕੋਈ ਵੇਲਾ ਸੀ ਜਦੋਂ ਟਾਟਾ ਤੇ ਬਿਰਲਾ ਦਾ ਨਾਮ ਲਿਆ ਜਾਂਦਾ ਸੀ, ਤੇ ਅੱਜ ਕੱਲ੍ਹ ਨਾਮ ਬਦਲ ਗਏ ਆ। ਮੰਗੀ ਮਾਲ ਸਾਹਿਬ, ਵੈਸੇ ਇੱਕ ਗੱਲ ਤਾਂ ਪੱਕੀ ਹੈ ਕਿ ਤੁਸੀਂ ਗਾਉਂਦੇ ਤਾਂ ਬਹੁਤ ਵਧੀਆ ਹੋ, ਹੁਣ ਤੁਸੀਂ ਭਾਸ਼ਣ ਵੀ ਬਹੁਤ ਸੋਹਣਾ ਦੇਣਾ ਸਿੱਖ ਗਏ ਜੇ। ਤੇ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਹੰਸਰਾਜ ਅਗਰ ਉੱਧਰਲੇ ਪਾਸੇ ਜਾ ਕੇ MP ਬਣ ਗਿਆ, ਤੁਸੀਂ ਪੰਜਾਬ ਵਿੱਚ ਕੋਈ ਨਾ ਕੋਈ ਤਾਂ ਮੱਲ ਮਾਰੋਗੇ ਜ਼ਰੂਰ। ਐਸੀ ਆਸ਼ਾ ਕੀਤੀ ਜਾ ਸਕਦੀ ਹੈ। ਦੇਖੋ ਜੀ, ਮੈਂ ਇਸ ਪਾਸੇ ਵੱਲ ਹੈ ਨਹੀਂ ਸੀ। ਮੇਰਾ ਕੰਮ ਹੈ ਲਿਖਣਾ ਤੇ ਗਾਉਣਾ। ਇਸ ਕੰਮ ਦੇ ਵਿੱਚ ਹਾਂ ਇੱਕ ਜ਼ਰੂਰ ਗੱਲ ਆ ਕਿ ਇਸ ਸਿਸਟਮ ਤੋਂ, ਇਹਨਾਂ ਗੌਰਮੈਂਟਾਂ ਤੋਂ ਅਸੀਂ ਇੰਨੇ ਅੱਕ ਚੁੱਕੇ ਹਾਂ, ਥੱਕ ਚੁੱਕੇ ਹਾਂ। ਦੇਖੋ ਅਸੀਂ ਪੜ੍ਹੇ ਲਿਖੇ ਹਾਂ, ਸਾਨੂੰ ਰੱਬ ਨੇ ਦਿਮਾਗ ਦਿੱਤਾ ਆ। ਮੈਂ ਨਹੀਂ, ਪਰ ਮੈਂ ਆਪਣੇ ਭਰਾਵਾਂ ਨੂੰ ਇਸ ਖਿੱਤੇ 'ਚ ਲੈ ਕੇ ਜ਼ਰੂਰ ਆਉਣਾ। ਇਹ ਜਿਹੜਾ ਗੰਦ ਆ ਸਾਫ਼ ਕਰਨ ਦੇ ਲਈ ਇਹ ਜਸਪ੍ਰੀਤ ਦਈਆ ਆ, ਸਾਡੇ ਸੁਮਿਤ ਭਾ ਬੈਠੇ ਆ, ਸੀਜਰ ਜੀ ਜਾਂ ਹੋਰ ਜਿੰਨੇ ਮੁੰਡੇ ਆ ਸਾਡੇ, ਇਹ ਅੱਗੇ ਹੁਣ ਯੰਗਸਟਰ ਪੀੜ੍ਹੀ ਅੱਗੇ ਆਵੇ, ਚੰਗੀ ਸੋਚ ਅੱਗੇ ਆਵੇ। ਦੇਖੋ ਨੀਤ ਨੂੰ ਮਰਾਦਾਂ, ਜੇ ਨੀਤ ਚੰਗੀ ਹੋ ਫਿਰ ਮਰਾਦਾਂ। ਤੇ ਸੋਚ ਨੂੰ ਆਪਾਂ ਇਹ ਕਹਿ ਸਕਦੇ ਹਾਂ, ਚਾਹੇ ਸੋਚ ਨੂੰ ਨਿਰਛਲ ਕਹਿ ਲਓ, ਪਵਿੱਤਰ ਕਹਿ ਲਓ, ਸੂਖਮ ਕਹਿ ਲਓ। ਠੀਕ ਹੈ ਨਾ। ਸੋਚ ਜੇ ਚੰਗੀ ਹੋਊਗੀ, ਠੀਕ ਹੈ ਨਾ, ਤੇ ਫੇਰ ਹੀ ਸੁਧਾਰ ਹੋ ਸਕਦਾ। ਨਹੀਂ ਤਾਂ ਬਹੁਤ ਬੁਰੇ ਹਾਲ ਆ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ, ਸਾਡੇ ਮੁਲਕ ਵਰਗਾ ਮੁਲਕ ਸੋਹਣਾ ਕੋਈ ਨਹੀਂ, ਪਰ ਲੀਡਰ ਹੀ ਖਾ ਗਿਆ ਸਾਡੇ ਮੁਲਕ ਨੂੰ। ਦਈਆ ਸਾਹਿਬ, ਤੁਹਾਡੇ ਲਾਉਂਦੇ ਆ। ਮੰਗੀ ਮਾਲ ਸਾਹਿਬ ਨੇ ਇੱਕ ਬੜੀ ਵਧੀਆ ਗੱਲ ਕੀਤੀ। ਇਹਨਾਂ ਨੇ ਗੁਰਬਾਣੀ ਦਾ ਜ਼ਿਕਰ ਕਰਦੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੀ ਗੱਲ ਕੀਤੀ ਹੈ। ਔਰ ਤੁਸੀਂ ਵੀ ਜਿਹੜਾ NGO ਚਲਾ ਰਹੇ ਹੋ, ਜਿਹੜੀ ਵੀ ਆਰਗੇਨਾਈਜੇਸ਼ਨ ਚਲਾ ਰਹੇ ਹੋ, ਉਹਦੇ ਵਿੱਚ ਵੀ ਪਾਣੀਆਂ ਦੀ ਗੱਲ ਕੀਤੀ ਜਾਂਦੀ ਹੈ। ਔਰ ਅੱਜ ਪੰਜਾਬ ਦਾ ਪਾਣੀ ਜਿਹੜਾ ਹੈ, ਪੰਜਾਬ ਦੀ ਧਰਤ ਜਿਹੜੀ ਹੈ, ਔਰ ਪੰਜਾਬ ਦੀ ਹਵਾ ਜਿਹੜੀ ਹੈ, ਕੀ ਗੁਰਬਾਣੀ ਦੇ ਅਸੂਲਾਂ ਦੇ ਹਿਸਾਬ ਨਾਲ ਚੱਲ ਰਹੀ ਹੈ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰੀਏ ਪਵਨ ਹਵਾ ਦੀ। ਬਿਲਕੁਲ ਵੀ ਜਿੰਨੀਆਂ ਵੀ ਸਾਡੀਆਂ ਸਰਕਾਰਾਂ ਆਈਆਂ ਆਜ਼ਾਦੀ ਤੋਂ ਲੈ ਕੇ ਅੱਜ ਤੱਕ, ਕਿਸੇ ਨੇ ਵੀ ਜਿਹੜੀਆਂ ਹਵਾ ਦੇ ਲਈ
ਜਿੰਨੇ ਵੀ ਐਕਟਸ ਬਣੇ ਆ ਅੱਜ ਤੱਕ, ਜਿੰਨੇ ਵੀ ਯੂਨਾਈਟਿਡ ਨੇਸ਼ਨਸ ਵੱਲੋਂ ਇਹਨਾਂ ਨੂੰ ਨੋਟੀਫਿਕੇਸ਼ਨਸ ਆਏ ਆ, ਉਹਨਾਂ ਤੇ ਕੋਈ ਕੰਮ ਨਹੀਂ ਕੀਤਾ। ਦੂਜਾ ਆਪਾਂ ਗੱਲ ਕਰਦੇ ਹਾਂ ਜੀ ਸਾਡੀ ਧਰਤੀ ਦੇ ਵਿੱਚ ਜਿੰਨਾ ਵੀ ਆਪਾਂ ਕਹਿ ਲਈਏ ਕਿ ਅੱਜ ਦੇ ਟਾਈਮ 'ਚ ਕੀ ਹੋ ਰਿਹਾ, ਜਿੰਨਾ ਇੰਡਸਟਰੀਅਲ ਪੋਲਿਊਸ਼ਨ ਹੈਗਾ ਆ, ਸੰਤ ਸੀਚੇਵਾਲ ਹੋਣਾ ਨੂੰ ਦੇਖੋ ਕਿੰਨੇ ਸਾਲ ਹੋ ਗਏ ਇਸ ਨੂੰ ਅੰਦੋਲਨ ਨੂੰ ਲੈ ਕੇ ਜਾਂਦੇ ਹਨ। ਕੀ ਇਹ ਕੰਮ ਇੱਕ ਸੰਤਾਂ ਦਾ ਕਰਨ ਦਾ ਕੰਮ ਆ ਜਾਂ ਸਰਕਾਰਾਂ ਦਾ ਕੰਮ? ਕਿਸਾਨੀ ਦੀ ਵਜ੍ਹਾ ਨਾਲ ਵੀ ਤੇ ਬਹੁਤ ਸਾਰਾ ਦੇਖੋ ਕਿਸਾਨੀ ਦੇ ਵਜ੍ਹਾ ਨਾਲ ਹੋ ਸਕਦਾ, ਆਪਣੀ ਆਪਣੀ ਰਾਏ ਆ ਜੀ। ਤੁਸੀਂ ਕਹਿ ਰਹੇ ਹੋ ਜ਼ਮੀਨ 'ਚ ਜ਼ਹਿਰਾਂ ਪਈਆਂ ਗਈਆਂ, ਪਾਣੀ ਗੰਦਾ, ਜ਼ਹਿਰਾਂ, ਦੇਖੋ ਜ਼ਹਿਰਾਂ ਦਾ ਜਿਹੜਾ ਜੜ ਬੰਨਿਆ ਗਿਆ ਸੀ, ਸਾੜ ਕੇ ਪਰਿਆਵਰਨ ਨੂੰ ਵੀ ਤਾਂ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਇਆ। ਇਹਨਾਂ ਪਰਾਲੀ ਦਾ ਜਿਹੜਾ ਜਿੰਨਾ ਇੰਡਸਟਰੀ ਦਾ ਦੋ ਸ਼ਹਿਰਾਂ 'ਚ ਦੇਖੋ ਮੈਂ ਦੱਸਦਾ ਜੀ, ਜਿਹੜਾ ਆਪਾਂ ਗੱਲ ਕਰੀਏ ਧਰਤੀ ਦੀ, ਜਿਹੜਾ ਤੁਸੀਂ ਕਹਿੰਦੇ ਆ ਜ਼ਹਿਰ ਘੋਲੀ ਜਿਹੜੇ ਧਰਤੀ ਦੇ ਵਿੱਚ, ਉਹ ਮੁੱਢ ਕਿਹਨੇ ਬੰਨਿਆ? ਉਹ ਮੁੱਢ ਬੰਨਿਆ ਜਦੋਂ ਗ੍ਰੀਨ ਰੈਵੋਲੂਸ਼ਨ ਸ਼ੁਰੂ ਹੋਈ। ਸਾਨੂੰ ਖਾਦਾਂ ਕਿਹਨੇ ਲਿਆ ਕੇ ਦਿੱਤੀਆਂ? ਸਾਡੇ ਦੇਸ਼ 'ਚ ਯੂਰੀਆ ਕਿੱਥੋਂ ਆਇਆ? ਸਾਡੇ ਦੇਸ਼ 'ਚ ਫਰਟੀਲਾਈਜ਼ਰਸ ਕਿੱਥੋਂ ਆਏ? ਕਿਸਾਨਾਂ ਨੇ ਇੰਪੋਰਟ ਨਹੀਂ ਕੀਤੇ। ਇਹ ਸਾਡੀਆਂ ਸਰਕਾਰਾਂ ਨੇ ਸਾਡੇ ਕਿਸਾਨਾਂ ਨੂੰ ਵਰਤਣਾ ਸਿਖਾਇਆ। ਉਹਨਾਂ ਨੂੰ ਜੇ ਵਰਤਣਾ ਸਿਖਾਇਆ ਕਿੰਨੀ ਮਾਤਰਾ 'ਚ, ਇਹ ਕਿਹਨੇ ਦੱਸਣਾ ਕੰਮ ਸੀ? ਇਹ ਸਰਕਾਰਾਂ ਦਾ ਕੰਮ ਹੁੰਦਾ ਹੈ। ਦੇਖੋ ਗੱਲ ਇਦਾਂ ਹੈ ਕਿ ਜਿਹੜੀ ਆਪਣੀ ਧਰਤੀ ਹੈ ਜੀ, ਉਸ ਧਰਤੀ ਦੇ ਵਿੱਚ ਜਿਹੜੀ ਸਾਨੂੰ ਖਾਦਾਂ ਪਾਉਣੀਆਂ ਸਿਖਾਈਆਂ ਜਾਂ ਸਪਰੇਆਂ ਕਰਨੀਆਂ ਚਾਹੀਆਂ, ਜਿਹੜੇ ਫਰਟੀਲਾਈਜ਼ਰ ਸੀਗੇ, ਉਹ ਸਰਕਾਰਾਂ ਦਾ ਕੰਮ ਸੀਗਾ। ਉਹਦੇ ਤਾਂ ਆਪਾਂ ਆ ਜਾਂਦੇ ਜੀ ਪਾਣੀ ਦੇ ਮੁੱਦੇ ਦੇ ਉੱਤੇ। ਜਿਹੜੇ ਪੰਜਾਬ ਦੇ ਪਾਣੀ ਆ, ਜਦੋਂ ਤਾਂ ਹੜ੍ਹ ਆਉਂਦੇ ਆ ਉਦੋਂ ਤਾਂ ਉੱਪਰੋਂ ਭਾਖੜਾ ਡੈਮ ਖੋਲ੍ਹ ਦਿੱਤਾ ਜਾਂਦਾ ਹੈ ਤੇ ਉਹਦਾ ਸਾਰਾ ਦਾ ਸਾਰਾ ਨੁਕਸਾਨ ਆ ਜਿਹੜਾ ਪੰਜਾਬ ਨੂੰ ਭੁਗਤਣਾ ਪੈਂਦਾ ਹੈ। ਪਰ ਜਦੋਂ ਉੱਤੇ ਬੱਤੀ ਪੈਦਾ ਕਰਨੀ ਆ, ਉਹ ਲਾਈਟ ਦਾ ਇੱਕ ਯੂਨਿਟ ਵੀ ਪੰਜਾਬ 'ਚ ਨਹੀਂ ਆਉਂਦਾ। ਕਿਉਂ ਨਹੀਂ ਆਉਂਦਾ? ਦਾ ਕਾਰਨ ਇਹ ਹੈ ਕਿ ਜਦੋਂ 1966 ਦੇ ਵਿੱਚ ਅਸੀਂ ਪੰਜਾਬ ਰੀਆਰਗਨਾਈਜੇਸ਼ਨ ਐਕਟ ਲਿਖਿਆ ਸੀਗਾ, ਉਹਦੇ ਵਿੱਚ ਸਾਡੇ ਜਿੰਨੇ ਵੀ ਹੈਡਵਰਕ ਸੀਗੇ, ਸਾਡੀਆਂ ਨਹਿਰਾਂ ਦੇ, ਸਾਡੇ ਦਰਿਆਵਾਂ ਦੇ, ਉਹ ਸਾਡੇ ਤੋਂ ਖੋਹ ਕੇ ਸੈਂਟਰ ਗਵਰਨਮੈਂਟ ਦੇ ਕੰਟਰੋਲ 'ਚ ਦੇ ਦਿੱਤੇ ਗਏ। ਜਿਹੜੇ ਇੱਕ ਰਾਈਪੇਰੀਅਨ ਲਾਅ, ਜਿਹੜਾ ਇੰਟਰਨੈਸ਼ਨਲ ਇੱਕ ਲਾਅ ਆ, ਹੈਲਸਿੰਕੀ ਦੇ ਵਿੱਚ ਲਿਖਿਆ ਗਿਆ ਸੀਗਾ, ਉਸ ਲਾਅ ਤੋਂ ਬਿਲਕੁਲ ਅਗੇਂਸਟ ਹੈ ਜੀ। ਉਹਨੂੰ ਉਲਟਾ ਕਰ ਦਿੱਤਾ ਇਹਨਾਂ ਨੇ, ਤੇ ਉਹਦਾ ਇੰਡੀਆ ਹਿੱਸਾ ਸੀਗਾ ਜੀ। ਉਹ ਕਾਨੂੰਨ ਕੀ ਬੋਲਦਾ ਆ ਕਿ ਜਦੋਂ ਵੀ ਕਿਸੇ ਜ਼ਮੀਨ ਦੇ ਵਿੱਚੋਂ ਕੋਈ ਨਹਿਰ ਜਾਂ ਦਰਿਆ ਲੰਘਦਾ ਆ, ਉਹਨੂੰ ਕਦੀ ਵੀ ਉਹਨੂੰ ਨਾ ਉੱਤੇ ਕੋਈ ਬੰਨ ਲਾ ਸਕਦੀ ਹੈ ਸਰਕਾਰ, ਜਾਂ ਨਾ ਉੱਥੋਂ ਦੇ ਲੋਕ, ਤੇ ਨਾ ਹੀ ਉਹਦਾ ਜਿਹੜਾ ਬਹਾਅ ਨੂੰ ਮੋੜਿਆ ਜਾਂ ਤੋੜਿਆ ਜਾ ਸਕਦਾ ਹੈ। ਸਾਡੇ ਇੱਥੋਂ ਰਾਜਸਥਾਨ ਨੂੰ ਪਾਣੀ ਦਿੱਤਾ ਗਿਆ, ਹੈਡਵਰਕਸ ਨੂੰ ਕੰਟਰੋਲ ਕੀਤਾ ਗਿਆ, ਤੇ ਉਹਦੇ ਬਾਅਦ ਜਿੰਨਾ ਵੀ ਕਹਿ ਲਓ ਕਿ ਜੇ ਉਹਦੇ ਲਈ ਅੰਦੋਲਨ ਦੀ ਕਿਸੇ ਨੇ ਆਵਾਜ਼ ਚੱਕਣ ਦੀ ਕੋਸ਼ਿਸ਼ ਕੀਤੀ ਗਈ, ਤੇ ਉਹਨੂੰ ਫੋਰਸਫੁਲੀ ਇੰਦਰਾ ਗਾਂਧੀ ਨੇ ਉਸ ਟਾਈਮ ਕੰਟਰੋਲ ਕੀਤਾ। ਤੇ ਉਹਦੇ ਨਾਲ ਦੇਖੋ ਸਾਡੀ ਜਿਹੜੀ ਸਟੇਟ ਹੈ ਉਹ ਕਿੰਨੇ ਸਾਲ ਪਿੱਛੇ ਪੈ ਗਈ। ਮੈਂ ਬਚਪਨ 'ਚ ਇੱਕ ਫਿਲਮ ਦੇਖੀ ਸੀ ਮਦਰ ਇੰਡੀਆ, ਉਹਦੇ 'ਚ ਸੁੱਖੀ ਲਾਲਾ ਨਾਮ ਦਾ ਕਰੈਕਟਰ ਦਿਖਾਇਆ ਗਿਆ, ਠੀਕ ਹੈ ਜੀ। ਉਹ ਕਰੈਕਟਰ ਜਿਹੜਾ ਸੀਗਾ ਉਹ ਘৃਣਾ ਦਾ ਪਾਤਰ ਸੀ, ਔਰ ਉਹ ਕਰੈਕਟਰ ਅੱਜ ਵੀ ਦਿਮਾਗ 'ਚ ਹਰ ਦੇਖਣ ਵਾਲੇ ਦੇ ਘੁਸਿਆ ਹੋਇਆ, ਕਿਉਂਕਿ ਉਹ ਸ਼ਾਹੂਕਾਰ ਸੀ ਔਰ ਕਿਸਾਨ ਜਿਹੜਾ ਸੀ ਉਹ ਦੂਜੇ ਜਿਹਨੇ ਪਾਤਰ ਨਿਭਾਏ ਆ ਉਹ ਕਿਸਾਨ ਸੀ। ਉਸ ਤੋਂ ਬਾਅਦ ਮੁਨਸ਼ੀ ਪ੍ਰੇਮਚੰਦ ਦਾ ਪੂਰਾ ਲਿਟਰੇਚਰ ਪੜ੍ਹੀਏ, ਉਹਦੇ ਵਿੱਚ ਹਰ ਕਹਾਣੀ ਦੇ ਵਿੱਚ ਜਿਹੜਾ ਕਿ 90% ਹੈ ਹੀ ਕਿਸਾਨੀ 'ਤੇ ਫੋਕਸ ਹੈ, ਉਹਦੇ ਵਿੱਚ ਹਰ ਜਿਹੜਾ ਉਹਨਾਂ ਦੀ ਕਹਾਣੀ ਹੈ ਉਹਦੇ ਵਿੱਚ ਕੋਈ ਨਾ ਕੋਈ ਕਿਰਦਾਰ ਸ਼ਾਹੂਕਾਰ ਦਾ ਔਰ ਇਹਦਾ ਆੜਤੀ ਦਾ ਦਿਖਾਇਆ ਗਿਆ, ਜਿਹੜਾ ਕਿ ਕਿਸਾਨ ਦੀ ਲੁੱਟ ਲਈ ਜ਼ਿੰਮੇਦਾਰ ਹੈ। ਉਸ ਤੋਂ ਬਾਅਦ ਗੁਰਦਿਆਲ ਸਿੰਘ ਨੂੰ ਪੜ੍ਹ ਲਓ, ਨਾਨਕ ਸਿੰਘ ਨੂੰ ਪੜ੍ਹ ਲਓ, ਸੋਹਣ ਸਿੰਘ ਸੀਤਲ ਨੂੰ ਪੜ੍ਹ ਲਓ, ਤੂਤਾਂ ਵਾਲਾ ਖੂਹ ਪੜ੍ਹ ਲਓ, ਠੀਕ ਹੈ ਜੀ। ਉਹ ਆੜਤੀਆ ਜਿਹੜਾ ਕਿਸਾਨ ਦੀ ਜ਼ਮੀਨ ਤੇ ਅੱਖ ਵੀ ਰੱਖਦਾ ਸੀ, ਜਿਹੜਾ ਕਿਸਾਨ ਦੀ ਜ਼ਮੀਨ ਨੂੰ ਖੋਹ ਵੀ ਲੈਂਦਾ ਸੀ ਔਰ ਬੜੇ ਤਰੀਕੇ ਨਾਲ ਉਹ ਸਾਰਾ ਕੁਝ ਕਰਦਾ ਸੀ। ਅੱਜ ਦੇ ਦੌਰ 'ਚ ਅਗਰ ਸਰਕਾਰ ਨੇ ਇੱਕ ਨਵੇਂ ਐਕਟ ਲਿਆ ਕੇ ਉਸ ਆੜਤੀ ਵਰਗ ਦੀ ਜਿਹੜੀ ਸ਼ਮੂਲੀਅਤ ਸੀ ਉਹਨੂੰ ਥੋੜ੍ਹਾ ਜਿਹਾ ਘਟਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਅੱਜ ਕਿਸਾਨ ਕੀ ਉਹ ਪੁਰਾਣੀ ਵਿਵਸਥਾ 'ਚ ਜੀਣਾ ਚਾਹੁੰਦਾ ਹੈ, ਜੋ ਪਹਿਲਾਂ ਫਾਹੇ ਲੈ ਰਿਹਾ ਸੀ, ਜੋ ਪਹਿਲਾਂ ਬਹੁਤ ਬਹੁਤ ਮੁਸੀਬਤਾਂ ਸੀ? ਕੀ ਤੁਸੀਂ ਚਾਹੁੰਦੇ ਹੋ ਕਿ ਇਹ ਕਾਨੂੰਨ ਵਾਪਸ ਲੈ ਕੇ ਉਹ ਪਹਿਲੇ ਵਾਲਾ ਕਾਨੂੰਨ ਸਹੀ ਹੈ? ਦੇਖੋ ਕਿਸਾਨ ਸ਼ਰਮਾ ਜੀ ਕਦੀ ਵੀ ਜਿਹੜਾ ਪਹਿਲਾਂ ਵੀ ਫਾਇਦੇ 'ਚ ਨਹੀਂ ਸੀ, ਫਾਹੇ ਲੈਂਦਾ ਸੀ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ। ਪਰ ਕਿਸਾਨ ਨੂੰ ਜ਼ਮੀਨ ਨੇ ਦਿੱਤਾ ਕੀ, ਇਹ ਹੁਣ ਸੁਣੋ। ਕਿਸਾਨ ਨੂੰ ਜ਼ਮੀਨ ਨੇ ਇਹ ਦਿੱਤਾ ਕਿ ਜਦੋਂ ਕਿਸਾਨ ਨੂੰ ਲੋੜ ਪਈ ਆਪਣਾ ਨਿਆਣਾ ਪੜ੍ਹਾ ਕੇ ਬਾਹਰ ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਇੰਗਲੈਂਡ ਭੇਜਣ ਦੀ, ਉਹਨੇ ਆਪਣੀ ਜ਼ਮੀਨ ਕਿਤੇ ਸ਼ਾਹੂਕਾਰ ਤੋਂ ਗਹਿਣੇ ਰੱਖਤੀ ਜਾਂ ਲਿਮਟ ਚੱਕ ਲਈ, ਉੱਤੇ ਪੈਸੇ ਲਾ ਕੇ ਆਪਣੇ ਮੁੰਡੇ ਨੂੰ ਕੈਨੇਡਾ ਭੇਜਤਾ। ਕੈਨੇਡਾ ਦੇ ਵਿੱਚ ਮੁੰਡੇ ਨੇ ਹੱਡ ਤੋੜ ਕੇ ਕਮਾਈ ਕੀਤੀ, ਕਮਾਈ ਕਰਕੇ ਆਪਣੇ ਪਿਓ ਨੂੰ ਪੈਸੇ ਭੇਜੇ, ਲੈ ਪਾਪਾ ਆਹ ਲੈ ਜ਼ਮੀਨ ਛਡਾ ਲਾ ਹੁਣ ਜਿਹੜੀ ਤੂੰ ਗਹਿਣੇ ਰੱਖੀ ਸੀ। ਇਹ ਜ਼ਮੀਨ ਨੇ ਦਿੱਤਾ। ਜੇ ਜ਼ਮੀਨ ਨਾ ਹੁੰਦੀ ਅੱਜ ਕਿਸਾਨਾਂ ਦੇ ਪੁੱਤ ਬਾਹਰ ਕੈਨੇਡਾ, ਅਮਰੀਕਾ ਨਾ ਬੈਠੇ ਹੁੰਦੇ, ਠੀਕ ਹੈ ਜੀ।
ਬਾਕੀ ਗੱਲ ਰਹਿ ਗਈ ਸ਼ਾਹੂਕਾਰ ਦੀ। ਸ਼ਾਹੂਕਾਰ ਦਾ ਜਿਹੜਾ ਰਿਸ਼ਤਾ ਆੜ੍ਹਤੀਏ ਦਾ ਕਿਸਾਨ ਦਾ ਇਹ ਸ਼ੁਰੂ ਤੋਂ ਰਿਹਾ। ਵੇਲੇ ਕਵੇਲੇ ਜਿਹੜੀਆਂ ਲੋੜਾਂ ਆ ਉਹ ਆੜ੍ਹਤੀਏ ਨੇ ਪੂਰੀਆਂ ਕੀਤੀਆਂ। ਜਦੋਂ ਵੀ ਕਿਸਾਨ ਦੀਆਂ ਜਿਹੜੀਆਂ ਲੋੜਾਂ ਸੀਗੀਆਂ, ਕਦੀ ਕੁੜੀ ਦਾ ਵਿਆਹ, ਕਦੀ ਨਿਆਣਾ ਬਿਮਾਰ ਹੋ ਗਿਆ, ਕਿਤੇ 2000 ਵੀ ਫੜਨਾ, 5 ਵੀ ਫੜਨਾ, ਉਹ ਵੀ ਫੜ ਲੈਂਦਾ ਸੀ। ਬਾਕੀ ਡਿਟੇਲ ਦੇ ਵਿੱਚ ਤੁਹਾਨੂੰ ਦਈਆ ਸਾਹਿਬ ਦੱਸਣਗੇ ਕਾਨੂੰਨਾਂ ਦੇ ਵਿੱਚ ਕੀ ਆ, ਇਹਦੇ ਵਿੱਚ ਕਿੱਥੇ ਧੱਕਾ ਹੋਣਾ। ਸ਼ਰਮਾ ਸਾਹਿਬ ਇਦਾਂ ਹੈ ਕਿ ਜਿਹੜਾ ਮੰਡੀ ਐਕਟ ਯੂਪੀਐਮਸੀ ਐਕਟ ਸੀਗਾ, ਏਪੀਐਮਸੀ ਐਕਟ ਸੀ ਜਿਹੜਾ, ਉਹ 1972 ਚ ਸ਼ੁਰੂ ਕੀਤਾ ਗਿਆ ਸੀ। ਤੇ ਇਹਦਾ ਮਤਲਬ ਕਿ ਆੜ੍ਹਤੀਆਂ ਨੂੰ ਸਾਡੀ ਜ਼ਿੰਦਗੀ 'ਚ ਲੈ ਕੇ ਕੌਣ ਆਇਆ? ਸਰਕਾਰ। ਠੀਕ ਹੈ, ਅੱਜ ਅਸੀਂ 2020 ਚ ਆ ਗਏ ਹਾਂ, ਸਾਨੂੰ ਘੱਟੋ ਘੱਟ ਡੈਕੇਡਸ ਹੋ ਗਏ ਆ ਇਹਨੂੰ ਐਕਸੈਪਟ ਕਰਦਿਆਂ ਨੂੰ, ਇਸ ਸਿਸਟਮ ਨੂੰ। ਅੱਜ ਜਿਹੜਾ ਆੜ੍ਹਤੀਆ ਆ ਉਹ ਇੱਕ ਕਿਸਾਨ ਦੀ ਜ਼ਿੰਦਗੀ 'ਚ ਬਹੁਤ ਅਹਿਮ ਹਿੱਸਾ ਨਿਭਾ ਰਿਹਾ ਹੈ, ਕਿਉਂਕਿ ਜਦੋਂ ਇਹ ਐਕਟ ਮੰਡੀ ਐਕਟ ਬਣਿਆ ਸੀਗਾ ਉਦੋਂ ਇੱਕ ਸਰਕਾਰ ਨੇ ਜੋ ਫਾਰਮਰਸ ਨੂੰ ਜੋ ਦੱਸਿਆ ਗਿਆ ਸੀਗਾ, ਉਹ ਦੱਸਿਆ ਕੀ ਗਿਆ ਸੀਗਾ ਕਿ ਇੱਕ ਮੰਡੀਆਂ ਬਣਨਗੀਆਂ, ਉਸ ਮੰਡੀਆਂ ਦੇ ਵਿੱਚ ਕਿਸਾਨ ਆਪਣੀ ਫਸਲ ਲੈ ਕੇ ਆਊਗਾ। ਜਿਹੜਾ ਕਿਸਾਨ ਆ ਉਹ ਪ੍ਰਾਈਸ ਮੇਕਰ ਹੋਊਗਾ, ਪ੍ਰਾਈਸ ਟੇਕਰ ਨਹੀਂ ਹੋਊਗਾ। ਕਿਸਾਨਾਂ ਨੇ ਮੰਨ ਕੇ ਮੰਡੀ ਐਕਟ ਫੋਲੋ ਕਰਨਾ ਸ਼ੁਰੂ ਕਰ ਦਿੱਤਾ। ਅੱਜ 2020 ਚ ਤੁਸੀਂ ਕਹਿ ਰਹੇ ਕਿ ਜੇ ਕਿਸਾਨ ਖੁਦਕੁਸ਼ੀ ਕਰ ਰਿਹਾ ਤੇ ਉਹ ਕਿਤੇ ਨਾ ਕਿਤੇ ਪੁਰਾਣੇ ਸਿਸਟਮ 'ਚ ਕਮੀ ਸੀਗੀ। ਹੁਣ ਇਹ ਦੇਖੋ ਕਿ ਜਦੋਂ ਇੱਕ ਕਿਸਾਨ ਜਨਰੇਸ਼ਨ ਤੋਂ 3-3 2-2 ਜਨਰੇਸ਼ਨ ਲੰਘੀਆਂ 1972 ਤੋਂ ਲੈ ਕੇ ਅੱਜ ਤੱਕ, ਉਹ ਫਸਲ ਮੰਡੀ ਲੈ ਕੇ ਜਾ ਰਿਹਾ ਹੈ, ਉਹ ਪ੍ਰਾਈਸ ਉੱਥੇ ਮੇਕਰ ਜਿਹੜਾ ਟੇਕਰ ਹੋ ਚੁੱਕਾ ਹੈ, ਸਿੱਟਣ ਜਾਂਦਾ। ਹਾਂਜੀ, ਉਹ ਹੁਣ ਕਸੂਰ ਆੜ੍ਹਤੀਏ ਦਾ ਨਹੀਂ ਹੈਗਾ ਜੀ। ਆੜ੍ਹਤੀਆ ਇੱਕ ਮਰਚੈਂਟ ਨਹੀਂ ਹੈਗਾ, ਉਹ ਇੱਕ ਫਾਰਵਰਡਿੰਗ ਏਜੰਟ ਆ। ਉਹ ਆਪਣਾ ਉਹਦੇ ਮੰਡੀ ਦੀ ਫਸਲ ਚੱਕਣ ਦਾ, ਉੱਥੇ ਢੋਆ ਢੁਆਈ ਦਾ, ਉਹਦੀ ਸਫਾਈ ਦਾ, ਉਹਦੀ ਉਹ ਪੈਕਿੰਗ ਦਾ ਖਰਚਾ ਵੀ ਕਰਦਾ ਹੈ, ਉਹਦਾ ਕਮਿਸ਼ਨ ਲੈਂਦਾ। ਜਿਹੜੇ ਆੜ੍ਹਤੀਏ ਹੈਗੇ ਉਹ ਅੱਜ ਕਿਸਾਨ ਦੀ ਜ਼ਿੰਦਗੀ 'ਚ ਇੱਕ ਬਹੁਤ ਵੱਡਾ ਰੋਲ ਪਲੇ ਕਰਦੇ ਹੈਗੇ ਆ। ਉਹ ਕਹਿ ਲਓ ਕਿ ਇੱਕ ਮਾਈਕਰੋ ਬੈਂਕਿੰਗ ਸਿਸਟਮ ਚਲਾਉਂਦੇ ਆ। ਅੱਜ ਕਿਸਾਨ ਦੇ ਘਰੇ ਲੋੜ ਪੈ ਜਾਵੇ, ਛੋਟਾ ਕਿਸਾਨ 2-4 ਖੇਤ ਵਾਲਾ, ਉਹਦੇ ਘਰੇ ਕਿਸੇ ਦੇ ਸੱਟ ਲੱਗ ਜਾਵੇ, ਕਿਤੇ ਵਿਆਹ ਆ ਜਾਵੇ, ਕਿਤੇ ਕੋਈ ਫੰਕਸ਼ਨ ਆ ਜਾਵੇ, ਉਹ ਜਾ ਕੇ ਆੜ੍ਹਤੀਏ ਦੇ ਕੋਲੋਂ ਜਿਹੜੇ ਆਪਣੇ ਆੜ੍ਹਤ ਕੋਲ ਇੱਕ ਪੈਸੇ ਚੱਕ ਲੈਂਦਾ ਹੈ। ਜਦੋਂ ਉਹਦੇ ਕੋਲ ਫਸਲ ਆਉਂਦੀ ਆ 3 ਮਹੀਨੇ ਬਾਅਦ ਛਮਾਈ ਆ ਜਾਵੇ, ਸਾਲ ਬਾਅਦ, ਉਹਨੂੰ ਪੈਸੇ ਲਟਾਉਣੇ ਸ਼ੁਰੂ ਕਰ ਦਿੰਦਾ। ਤੇ ਉਹਦਾ ਵਿਆਜ ਵੀ ਬੜਾ, ਕਈ ਵਾਰੀ ਤਾਂ ਵਿਆਜ ਦਿੰਦੇ ਵੀ ਨਹੀਂ, ਇੱਕ ਰਿਲੇਸ਼ਨ ਬਣ ਚੁੱਕੇ ਆਪਸ ਵਿੱਚ। ਹੁਣ ਕੱਲ ਨੂੰ ਇਹ ਬੈਂਕਿੰਗ ਸਿਸਟਮ ਜਿਹੜਾ ਹੈਗਾ, ਜਿਹੜੀ ਆਪਣੀ ਨਵਾਂ ਇੱਕ ਜਿਹੜਾ ਐਕਟ ਆਇਆ ਆ, ਉਹਦੇ ਵਿੱਚ ਮੈਨੂੰ ਇਹ ਦੱਸੋ ਕਿ ਕੱਲ ਨੂੰ ਜੇ ਆੜ੍ਹਤੀਆ ਸਿਸਟਮ ਖਤਮ ਹੋ ਜਾਊਗਾ, ਕਿਸਾਨ ਡਿਪੈਂਡੈਂਟ ਕਿਤੇ ਹੋਊਗਾ? ਬੈਂਕਿੰਗ ਤੇ। ਬੈਂਕਿੰਗ ਦਾ ਅੱਜ ਹਾਲ ਕੀ ਹੈ ਜੀ? ਹਰ ਤੀਸਰੀ ਬੈਂਕ ਮਰਜ ਹੋ ਰਹੀ ਹੈ, ਵੱਡੀਆਂ ਬੈਂਕਾਂ ਬੰਦ ਹੋ ਰਹੀਆਂ। ਬੈਂਕਿੰਗ ਦੇਖੋ, ਬੈਂਕਾਂ ਦੇ ਜਿਹੜੇ ਦੇਣਦਾਰ ਕੌਣ ਆ ਸਭ ਤੋਂ ਵੱਡੇ? ਇਹੀ ਕਾਰਪੋਰੇਟ ਅਦਾਰੇ ਨੇ। ਸੋ ਮੁੜ ਘੇਰ ਕੇ ਜਿਹੜੇ ਅਸੀਂ ਗੁਲਾਮ ਕਿਹਦੇ ਹੋ ਜਾਵਾਂਗੇ? ਕਾਰਪੋਰੇਟਸ ਦੇ। ਇਹੀ ਇਸ ਚੀਜ਼ ਦਾ ਜਿਹੜਾ ਸਾਡੀ ਜਿਹੜੀ ਦਇਆ ਸਾਹਿਬ ਔਰ ਮੰਗੀਵਾਲ ਜੀ, ਮੈਂ ਤੁਹਾਡੇ ਦੋਨੋਂ को एक लास्ट सवाल पूछना चाहता हूँ। कॉर्पोरेट का जवाब कोऑपरेटिव हो सकता है। आनंद मिल्कमैन यूनियन लिमिटेड, जिन्हों की फुल फॉर्म अमूल कहने हैं, वो एक साढ़े सामने ऐसा उदाहरण है जिहदे विच 58,000 किसान जिहड़े है दुध उत्पादन करने वाले, वो शेयर होल्डर है, और 38,000 करोड़ रुपए की उन्होंने प्रॉफिटबिलिटी है जी उस ऑर्गेनाइजेशन की, और एक कोऑपरेटिव संस्था है। पंजाब का किसान क्यों नहीं कॉरपोरेट का मुकाबला करने लई कोऑपरेटिव वर्गा कोई स्ट्रक्चर यूज करे? कणक बेचने की थां ते आटा बेचे समूह, मक्की के दाने बेचने की थां ते मक्की का आटा बेचे, और गन्ना बेचने की थां ते गुड़ बना के बेचे। कि ऐसा कोई मॉडल ऐसा जी ऑर्गेनाइजेशन चलाते हो कि वो इस चीज़ की कोई प्रोविजन या सोच ऐसी ठीक लगती है? ਇਹਦਾ ਸ਼ਰਮਾ ਜੀ, ਇਹਦਾ ਇੱਕੋ ਹੀ ਹੱਲ ਹੈ। ਦੇਖੋ, ਇਹਦੇ ਵਿੱਚ ਗੌਰਮੈਂਟਾਂ ਨੇ ਚੋਰ ਮੋਰੀਆਂ ਰੱਖੀਆਂ ਖਾਣ ਲਈ। ਠੀਕ ਹੈ ਜੀ। ਹੁਣ ਜਿੱਥੇ ਆਪਾਂ ਬੈਠੇ ਆ, ਸਾਡੀ ਹੱਬ ਜਿਹੜੀ ਸਾਰੀ ਆਲੂਆਂ ਦੀ ਆ। ਠੀਕ ਹੈ ਜੀ। ਇੱਥੇ ਕਿਉਂ ਨਹੀਂ ਆਲੂਆਂ ਦਾ ਜਿਹੜਾ ਇੱਕ ਫੈਕਟਰੀ ਬਣਾ ਦਿੱਤੀ ਜਾਂਦੀ ਜਿੱਥੇ ਚਿਪਸ ਬਣ ਆਲੂ ਦੇ? ਠੀਕ ਹੈ ਜੀ। ਮੈਂ ਗੱਲ ਕਰਦਾ। ਅੱਛਾ, ਇੱਥੇ ਜੇ NRI ਕੋ ਜਾਂ ਹੋਰ ਜਿਹੜਾ ਬੰਦਾ ਕਰਨਾ ਚਾਹੁੰਦਾ, ਉਹਨੂੰ ਪਹਿਲਾਂ ਤਾਂ ਉਹ ਲਾਇਸੈਂਸ ਹੀ ਨਹੀਂ ਮਿਲਦੇ। ਇਹਨਾਂ ਨੇ ਉਹ ਲੱਗਣ ਹੀ ਨਹੀਂ ਦੇਣਾ। ਕਿਉਂ? ਕਿਉਂਕਿ ਇਹਨਾਂ ਨੇ ਬਾਹਰੋਂ ਮੰਗਾਉਣੇ, ਬਾਹਰੋਂ ਮੰਗਾ ਕੇ ਉਹ ਚੋਂ ਕਮਿਸ਼ਨਾਂ ਖਾਣੀਆਂ ਆ। ਸਮਝੀ ਨਾ ਗੱਲ? ਸਾਡੇ ਮੁਲਕ 'ਚ ਕੀ ਹੈ ਨਹੀਂ, ਸਾਡੇ ਹਿੰਦੁਸਤਾਨ ਵਰਗਾ ਸੋਹਣਾ ਮੁਲਕ ਹੀ ਹੈ ਨਹੀਂ ਕੋਈ। ਮੈਂ ਤੁਹਾਨੂੰ ਪਹਿਲਾਂ ਕਹਿ ਚੁੱਕਾ, ਹਰ ਚੀਜ਼ ਇੱਥੇ ਆ। ਮੈਂ ਦੱਸਦਾ, ਸਭ ਤੋਂ ਪਹਿਲਾਂ ਤਾਂ ਦੇਖੋ ਜੀ, ਜਿਹੜੀਆਂ ਕੋਆਪਰੇਟਿਵ ਸੁਸਾਇਟੀਜ਼ ਹੈ, ਹੁਣ ਤੁਸੀਂ ਆਪਣੇ ਪੰਚਾਇਤਨਾਮਾ ਕਰਕੇ ਪ੍ਰੋਗਰਾਮ ਚਲਾ ਰਹੇ ਹੋ,
ਕੋਆਪਰੇਟਿਵ ਸੁਸਾਇਟੀਆਂ ਦਾ ਕੰਟਰੋਲ ਕਿਹਨਾਂ ਕੋਲ ਹੈ? ਜਲੰਧਰ ਦੀ ਕੋਆਪਰੇਟਿਵ ਸੁਸਾਇਟੀ ਕੌਣ ਕੰਟਰੋਲ ਕਰਕੇ ਬੈਠਾ ਸੀ? ਆਪਣਾ ਇੱਕ ਮੰਤਰੀ ਸੀ, ਬਾਅਦ 'ਚ ਉਹਨੇ ਆਪਣਾ ਪੋਤਾ ਲਾਤਾ। ਪੰਜਾਬ ਦੀ ਕੋਆਪਰੇਟਿਵ ਸੁਸਾਇਟੀ ਕੌਣ ਸੀ? ਉਹ ਵੀ ਇੱਕ ਮੰਤਰੀ ਸੀਗਾ, ਬਾਅਦ 'ਚ ਉਹਨੇ ਆਪਣਾ ਮੁੰਡਾ ਅੱਗੇ ਕਰ ਦਿੱਤਾ। ਮੈਂ ਨਾਂ ਨਹੀਂ ਲੈਣਾ ਚਾਹੁੰਦਾ ਕਿਸੇ ਪੋਲੀਟੀਕਲ ਪਾਰਟੀ ਦਾ। ਜਦੋਂ ਸਾਡੀਆਂ ਕੋਆਪਰੇਟਿਵ ਸੁਸਾਇਟੀਆਂ ਤੇ ਕੰਟਰੋਲ ਹੀ ਪੋਲੀਟੀਸ਼ੀਅਨਸ ਦਾ ਹੈਗਾ ਆ, ਕੋਈ ਕਿਸਾਨ ਜਥੇਬੰਦੀ ਜਾਂ ਕਿਸਾਨ ਜਿਹੜਾ ਕਿਸਾਨੀ ਕਰ ਰਿਹਾ ਉਹਦਾ ਕੋਈ ਨਾ ਲੈਣਾ ਦੇਣਾ ਹੀ ਕੁਛ ਨਹੀਂ ਹੈਗਾ ਜੀ, ਕਿਉਂਕਿ ਅੱਗੇ ਆਉਣ ਨਹੀਂ ਦਿੱਤਾ ਜਾਂਦਾ। ਜੇ ਅੱਜ ਕਿਸਾਨ ਇੱਕ ਅੰਦੋਲਨ ਕਰ ਰਹੇ ਨੇ, ਉਹਨਾਂ ਨੂੰ ਬਦਨਾਮ ਕੀ ਕੀਤਾ ਜਾਂਦਾ? ਕਾਮਰੇਡ ਸੋਚ, ਕਮਿਊਨਿਸਟ ਸੋਚ ਕਰਕੇ। ਕਿਉਂਕਿ ਚੱਕਰ ਇਹ ਹੈ ਕਿ ਅਸੀਂ ਅਕਾਲੀ ਸੋਚ ਐਕਸੈਪਟ ਕਰ ਸਕਦੇ ਹਾਂ, ਅਸੀਂ ਕਾਂਗਰਸ ਸੋਚ ਐਕਸੈਪਟ ਕਰ ਸਕਦੇ, ਅਸੀਂ ਕਾਮਰੇਡ ਸੋਚ ਕਿਉਂ ਨਹੀਂ ਐਕਸੈਪਟ ਕਰ ਸਕਦੇ? ਠੀਕ ਹੈ ਜੀ, ਹੁਣ ਅਸੀਂ ਹਰ ਤਰ੍ਹਾਂ ਦੀ ਐਕਸੈਪਟ ਕਰਦੇ ਹਾਂ। ਸੋ ਇੱਕ ਹਰ ਬੰਦੇ ਦੀ ਇੱਕ ਪੋਲੀਟੀਕਲੀ ਵਿਊ ਪੁਆਇੰਟ ਹੁੰਦਾ ਆ। ਜਿਹੜੀ ਹੁਣ ਆਪਾਂ ਗੱਲ ਕਰਦੇ ਹਾਂ, ਹੁਣ ਦੇਖੋ ਇਹ ਆਪਣੇ ਹਰਸਿਮਰਤ ਬਾਦਲ ਇੱਕ ਫੂਡ ਪ੍ਰੋਸੈਸਿੰਗ ਮੰਤਰੀ ਸੀ ਪੰਜਾਬ ਦੇ, ਸੈਂਟਰ ਗਵਰਨਮੈਂਟ ਦੇ ਮੰਤਰੀ ਸੀਗੇ ਐਂਡ ਮਿਨਿਸਟਰ ਆਫ ਸਟੇਟ ਸੀਗੇ, ਇੰਡੀਪੈਂਡੈਂਟ ਮਹਿਕਮਾ ਸੀ ਉਹਨਾਂ ਦੇ ਕੋਲ। ਉਹਨਾਂ ਨੇ ਦੱਸੋ ਕਿ ਜਿਹੜਾ ਆਪਣੇ ਫੂਡ ਪ੍ਰੋਸੈਸਿੰਗ ਦੇ ਲਈ ਯੂਨਿਟ ਲਾਤੇ ਆਪਣੇ ਇੱਥੇ ਹੁਸ਼ਿਆਰਪੁਰ ਦੇ ਵਿੱਚ, ਜੂਸ ਫੈਕਟਰੀ ਲਾਏ, ਇੰਡਸਟਰੀਜ਼ ਲਾਈਆਂ ਗਈਆਂ, ਪਰ ਸੈਮੀ ਪ੍ਰੋਸੈਸਿੰਗ ਯੂਨਿਟਸ ਜਿਹੜੀਆਂ ਆ ਉਹ ਕਿੰਨੀਆਂ ਕੁ ਲੱਗੀਆਂ? ਬਿਲਕੁਲ ਵੀ ਸੈਮੀ ਪ੍ਰੋਸੈਸਿੰਗ ਯੂਨਿਟ ਤੇ ਕੰਮ ਨਹੀਂ ਕੀਤਾ ਜਾਂਦਾ। ਸਾਡੇ ਕੋਲ ਜਿਹੜੇ ਰॉ ਮਟੀਰੀਅਲ ਆ ਉਹ ਸਾਰਾ ਰॉ ਮਟੀਰੀਅਲ ਹੀ ਆ ਜੀ। ਤੁਸੀਂ ਮਾਲਵੇ 'ਚ ਕਪਾਹ ਲੈ ਲਓ, ਦੁਆਬੇ 'ਚ ਤੁਸੀਂ ਆਲੂ ਲੈ ਲਓ, ਮਾਝੇ ਦੇ ਵਿੱਚ ਤੁਸੀਂ ਗੰਨਾ ਲੈ ਲਓ, ਮਟਰ ਲੈ ਲਓ, ਗੰਨਾ ਲੈ ਲਓ, ਹੈ ਨਾ। ਤੁਸੀਂ ਦੇਖੋ ਇਹਨਾਂ ਲਈ ਇਹੀ ਚੀਜ਼ਾਂ ਜਦੋਂ ਆਪਣੇ ਖੇਤਾਂ ਦੇ ਵਿੱਚ ਹੁੰਦੀਆਂ ਆ, ਇਹ 2-2 1.5 ਰੁਪਏ ਕਿਲੋ ਵਿਕ ਰਹੀ ਆ। ਉਹੀ ਪੈਕਟ 'ਚ ਪਾ ਕੇ ਜਦੋਂ ਆਪਾਂ ਚਿਪਸ ਦੇ ਰੂਪ ਦੇ ਵਿੱਚ ਜਾਂ ਫਰਾਈਜ਼ ਦੇ ਰੂਪ ਜਦੋਂ ਆਪਾਂ ਲੈ ਰਹੇ ਆ, ਉਹ 40 ਰੁਪਏ ਕਿਲੋ, 100 ਗ੍ਰਾਮ ਦਾ 40 ਰੁਪਏ ਦਾ। ਉਹਦੇ ਵਿਚਲਾ ਜਿਹੜਾ ਗੈਪ ਆ, ਉਹਦੇ ਲਈ ਕਦੀ ਕਿਸੇ ਨੇ ਵਰਕ ਨਹੀਂ ਕੀਤਾ ਜੀ। ਹੁਣ ਹਾਂ ਬਿਲਕੁਲ ਸਹੀ ਹੈ, ਜੇ ਆਪਾਂ ਗੱਲ ਕਰੀਏ ਕੋਆਪਰੇਟਿਵ ਸੁਸਾਇਟੀ ਨੂੰ ਸਹੀ ਚਲਾਉਣ ਦੀ ਲੋੜ ਆ ਸਾਨੂੰ, ਤੇ ਕੋਆਪਰੇਟਿਵਸ ਦਾ ਮੁਕਾਬਲਾ ਕਰਨ ਦੀ ਲੋੜ ਹੈ। ਤੇ ਇਹਦੇ ਲਈ ਸੋ ਮੇਰੀ ਤਾਂ ਇਹੀ ਰਿਕੁਐਸਟ ਹੈ ਕਿ ਜਿੰਨੇ ਵੀ ਸਾਡੇ ਯੰਗ ਬਲੱਡ ਹੈਗੇ ਆ, ਸਾਡਾ ਯੂਥ ਹੈਗਾ, ਅੱਗੇ ਆਵੇ। ਸਬਰ ਫਾਊਂਡੇਸ਼ਨ ਵੱਲੋਂ ਕੀ ਹੈ? ਅਸੀਂ ਸਬਰ ਫਾਊਂਡੇਸ਼ਨ ਵੱਲੋਂ ਇੱਕ ਆਈਡੀਆ ਜਿਹਾ ਤਿਆਰ ਕਰਦੇ ਪਏ ਹਾਂ ਜੀ। ਜਿੱਦਾਂ ਇੱਕ ਕਿਸਾਨ ਮਾਲ ਹੁਣ ਇਸ ਟਾਈਮ ਦਿੱਲੀ ਚੱਲ ਰਿਹਾ ਆ, ਅਸੀਂ ਸੋਚ ਰਹੇ ਹਾਂ ਕਿ ਇਸੇ ਤਰੀਕੇ ਨਾਲ ਕਿ ਕਿਸਾਨ ਮੰਡੀਆਂ ਸ਼ਹਿਰਾਂ 'ਚ ਸ਼ੁਰੂ ਕੀਤੀਆਂ ਜਾਣ। ਅਸੀਂ ਪਲਾਨ ਕਰ ਰਹੇ ਹਾਂ। ਬਿਲਕੁਲ ਨਹੀਂ, ਕਿਸਾਨ ਮੰਡੀ ਜਿਹੜੀ ਹੋਊਗੀ ਜੀ, ਅਸੀਂ ਫਸਲ ਦਾ ਰੇਟ ਵੱਧ ਦੇਵਾਂਗੇ ਤੇ ਕਸਟਮਰ ਨੂੰ, ਕੰਜ਼ਿਊਮਰ ਨੂੰ ਮੰਡੀ ਤੋਂ ਘੱਟ ਰੇਟ ਦੇ ਵੇਚਾਂਗੇ, ਜ਼ੀਰੋ ਪ੍ਰੋਫਿਟ। ਬਹੁਤ ਬਹੁਤ ਸ਼ੁਕਰੀਆ ਦੋਨਾਂ ਹਸਤੀਆਂ ਦਾ। ਤੇ ਪੰਚਾਇਤਨਾਮਾ ਦੇ ਦਰਸ਼ਕਾਂ ਨੂੰ ਅੱਜ ਅਸੀਂ ਇਹਨਾਂ ਦੋ ਸ਼ਖਸੀਅਤਾਂ ਨਾਲ ਮਿਲਾਇਆ। ਤੁਹਾਡੇ ਕੀ ਵਿਚਾਰ ਨੇ? ਤੁਹਾਨੂੰ ਕੈਸਾ ਲੱਗਾ ਇਹਨਾਂ ਨਾਲ ਗੱਲਬਾਤ ਕਰਕੇ? ਸਾਨੂੰ ਕਮੈਂਟ ਬਾਕਸ ਦੇ ਵਿੱਚ ਆ ਕੇ ਸਾਨੂੰ ਜ਼ਰੂਰ ਉਤਸ਼ਾਹਿਤ ਕਰਨਾ, ਔਰ ਸਬਸਕ੍ਰਾਈਬ ਵੀ ਕਰ ਦਿਓ ਜੇ ਚੰਗਾ ਲੱਗੇ ਤਾਂ, ਲਾਈਕ ਵੀ ਕਰ ਦਿਓ। ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਵੈਰੀ ਮਚ।